ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਗਿਆਨਮ ਪੰਜਾਬ ਦੇ ਆਫੀਸ਼ੀਅਲ YouTube ਚੈਨਲ ਤੇ। ਇੱਥੇ ਤੁਸੀਂ ਜਾਣਦੇ ਹੋ ਆਪਾਂ ਮਾਸਟਰ ਕਾਡਰ ਦੀ ਤਿਆਰੀ ਸ਼ੁਰੂ ਕਰੀ ਹੋਈ ਹੈ। ਮਾਸਟਰ ਕਾਡਰ ਲਈ ਸਾਇੰਸ ਲਈ ਜਿਹੜੀ ਤੁਹਾਡਾ ਫਿਜ਼ਿਕਸ ਪੋਰਸ਼ਨ ਹੈ ਉਹ ਮੈਂ ਤੁਹਾਨੂੰ ਇੱਥੇ ਕਵਰ ਕਰਾ ਰਹੀ ਹਾਂ। ਨਿਊਕਲੀਅਰ ਐਂਡ ਪਾਰਟੀਕਲ ਫਿਜ਼ਿਕਸ ਆਲਰੇਡੀ ਸਾਡਾ ਪੂਰਾ ਕਵਰ ਹੋ ਚੁੱਕਿਆ ਹੈ। 15 ਤੋਂ 20 ਕਲਾਸਿਸ ਉਹਦੀਆਂ ਤੁਹਾਨੂੰ ਮਿਲ ਜਾਣਗੀਆਂ ਵਿਦ ਮੌਕ ਟੈਸਟ ਪ੍ਰੈਕਟਿਸ। ਤਾਂ ਉਹ ਕਲਾਸਿਸ ਨੂੰ ਤੁਸੀਂ ਅਵੇਲ ਬਿਲਕੁਲ ਫ੍ਰੀ ਕਰ ਸਕਦੇ ਹੋ ਸਾਡੇ ਇਸ YouTube ਚੈਨਲ ਤੇ। ਇਹਨੂੰ ਚੈਨਲ ਨੂੰ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲਓ। ਇਦਾਂ ਦੀਆਂ ਹੋਰ ਅਪਡੇਟਸ ਦੇ ਲਈ ਤੁਸੀਂ ਸਰਚ ਕਰ ਸਕਦੇ ਹੋ ਨਿਊਕਲੀਅਰ ਐਂਡ ਪਾਰਟੀਕਲ ਫਿਜ਼ਿਕਸ ਬਾਈ ਯੁਕਤੀ ਮੈਮ। ਤੁਹਾਨੂੰ ਸਰਚ ਕਰਦੇ ਹੀ ਪਲੇਲਿਸਟ ਤੁਹਾਡੇ ਸਾਹਮਣੇ ਆ ਜਾਣਗੀਆਂ। ਪਲੇਲਿਸਟ ਬਹੁਤ ਆਰਗੇਨਾਈਜ਼ਡ ਵੇ ਦੇ ਅੰਦਰ ਬਣੀਆਂ ਹੋਈਆਂ। ਸਿਲੇਬਸ ਜਿਹੜਾ ਹੈ ਟੌਪਿਕ ਵਾਈਜ਼ ਪੂਰਾ ਕਵਰ ਹੋਇਆ ਹੋਇਆ ਹੈ ਔਰ ਨਾਲ ਹਰ ਟੌਪਿਕ ਚੋਂ ਜਿਹੜੇ ਬਣਦੇ ਤੁਹਾਡੇ MCQ ਹੋ ਸਕਦੇ ਹੈ, ਪ੍ਰੀਵੀਅਸ ਈਅਰ ਕੁਐਸਚਨਸ ਨੇ, ਉਹ ਸਾਰੇ ਜਿਹੜੇ ਹੈ ਉਹਨਾਂ ਕਲਾਸਿਸ ਦੇ ਅੰਦਰ ਡਿਸਕਸ ਕਰੇ ਹੋਏ ਹੈ। ਤਾਂ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿਣ ਵਾਲੀਆਂ ਕਲਾਸਿਸ ਹੈ। ਪ੍ਰੈਕਟਿਸ ਤੁਹਾਡੀ ਨਾਲ ਦੀ ਨਾਲ ਹੁੰਦੀ ਰਹਿੰਦੀ ਹੈ, ਉਹ ਸਭ ਤੋਂ ਵੱਡੀ ਗੱਲ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸ਼ੁਰੂਆਤ ਕਰੀ ਸੀ ਜੀ ਕਲਾਸੀਕਲ ਮਕੈਨਿਕਸ ਦੇ ਨਾਲ। ਕਲਾਸੀਕਲ ਮਕੈਨਿਕਸ ਦੇ ਅੰਦਰ 2 ਲੈਕਚਰ ਸਾਡੇ ਆਲਰੇਡੀ ਹੋ ਚੁੱਕੇ ਹੈ ਜਿਨ੍ਹਾਂ ਦੇ ਅੰਦਰ ਕਿ ਆਪਾਂ ਕਾਰਟੀਜ਼ੀਅਨ ਕੋਆਰਡੀਨੇਟ ਸਿਸਟਮ, ਸਫੇਰਿਕਲ ਪੋਲਰ ਸਿਸਟਮ, ਠੀਕ ਹੈ ਜੀ, ਔਰ ਉਹਨਾਂ ਨਾਲ ਜੁੜੇ ਹੋਏ ਜਿਹੜੇ ਕੁਐਸਚਨਸ ਹੋ ਸਕਦੇ ਹੈ ਐਕਸਪੈਕਟਡ, ਠੀਕ ਹੈ, ਜਿਹੜੇ ਵੀ ਸੰਭਾਵਿਤ ਕੁਐਸਚਨ ਤੁਹਾਡੇ ਪੁੱਛੇ ਜਾ ਸਕਦੇ ਉਹਨਾਂ ਦੀ ਵੀ ਇੱਕ ਕਲਾਸ ਜਿਹੜੀ ਹੈ ਤੁਹਾਡੀ ਇੱਥੇ ਲੱਗ ਚੁੱਕੀ ਹੈ। ਅੱਜ ਆਪਾਂ ਜਿਹੜਾ ਹੈ ਆਪਣਾ ਨੈਕਸਟ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ। ਸਿਲੇਬਸ ਦੇ ਅੰਦਰ ਜੇ ਤੁਸੀਂ ਦੇਖੋਗੇ ਤੁਹਾਡਾ ਨੈਕਸਟ ਟੌਪਿਕ ਨਿਊਟਨ ਦਾ ਲਾਅ ਆਫ ਮੋਸ਼ਨ ਹੈ। ਉਹਦੇ ਤੋਂ ਪਹਿਲਾਂ ਇੱਕ ਗੱਲ ਕਰਨੀ ਚਾਹੂੰਗੀ, ਇਸ ਤੋਂ ਪਹਿਲਾਂ ਕਿ ਇਹ ਟੌਪਿਕ ਆਪਾਂ ਸਟਾਰਟ ਕਰੀਏ ਤੁਹਾਨੂੰ ਇਨਫੋਰਮ ਕਰਨਾ ਚਾਹੂੰਗੀ ਬਈ ਕਿ ਸਾਡਾ ਇੱਕ ਮਾਸਟਰ ਕਾਡਰ ਦਾ ਜਿਹੜਾ ਹੈ ਬੈਚ ਚੱਲ ਰਿਹਾ, ਉਹਨੂੰ ਤੁਸੀਂ ਬਿਲਕੁਲ ਅਵੇਲ ਕਰ ਸਕਦੇ ਹੋ। ਉੱਥੇ ਫਿਜ਼ਿਕਸ ਮੈਂ ਪੜ੍ਹਾਉਂਦੀ ਹਾਂ, ਕੈਮਿਸਟਰੀ ਜਿਹੜੇ ਹੈ ਸਾਡੇ ਰਵਿੰਦਰ ਮੈਮ ਪੜ੍ਹਾਉਂਦੇ ਆ, ਉਹਨਾਂ ਦੀਆਂ ਵੀ ਕਲਾਸਿਸ ਤੁਹਾਨੂੰ YouTube ਤੇ ਦੇਖਣ ਨੂੰ ਮਿਲਦੀਆਂ ਹੀ ਨੇ। ਤੇ ਜ਼ੂਲੋਜੀ ਜਿਹੜੀ ਹੈ, ਜ਼ੂਲੋਜੀ ਤੁਹਾਨੂੰ ਆਰੁਸ਼ੀ ਮੈਮ ਪੜ੍ਹਾਉਂਦੇ ਆ, ਬੋਟਨੀ ਨਿਕਿਤਾ ਮੈਮ ਪੜ੍ਹਾਉਂਦੇ ਆ, ਔਰ ਮੈਥਸ ਜਿਹੜੇ ਹੈ ਯੋਗੇਸ਼ ਸਰ ਤੁਹਾਨੂੰ ਉੱਥੇ ਪੜ੍ਹਾ ਰਹੇ ਆ। ਠੀਕ ਹੈ ਜੀ। ਉਹ ਕਲਾਸਿਸ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ YouTube ਤੇ। ਡੈਮੋ ਲੈਕਚਰਸ ਵੀ ਉਹਨਾਂ ਦੇ ਪਏ ਹੋਏ ਹੈ ਤੇ ਉਹਦੇ ਹੀ ਰਿਲੇਸ਼ਨ ਦੇ ਵਿੱਚ ਸਾਡਾ ਜਿਹੜਾ ਹੈ ਪੇਡ ਬੈਚ ਸਟਾਰਟ ਹੋਇਆ ਹੈ ਗਿਆਨਮ ਪੰਜਾਬ ਦਾ, ਜਿਹੜਾ ਕਿ ਸਾਡਾ ਮਾਸਟਰ ਕਾਡਰ ਦਾ ਸਪੈਸ਼ਲ ਬੈਚ ਹੈ। ਠੀਕ ਹੈ ਜੀ। ਇਸ ਬੈਚ ਨੂੰ ਤੁਸੀਂ ਅਵੇਲ ਕਰ ਸਕਦੇ ਹੋ, ਬਹੁਤ ਜ਼ਿਆਦਾ ਫਾਇਦੇਮੰਦ ਤੁਹਾਡੇ ਲਈ ਇਹ ਬੈਚ ਹੋਏਗਾ। 6 ਜਨਵਰੀ ਤੋਂ ਇਹ ਬੈਚ ਸ਼ੁਰੂ ਹੋ ਚੁੱਕਿਆ ਸੀ। ਠੀਕ ਹੈ, 6 ਜਨਵਰੀ 2025 ਤੋਂ ਇਹ ਬੈਚ ਸ਼ੁਰੂ ਹੋ ਚੁੱਕਿਆ ਸੀ, ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਅਜੇ ਤੱਕ ਪੋਸਟਾਂ ਨਹੀਂ ਆਈਆਂ। ਠੀਕ ਹੈ, ਕੋਈ ਵੀ ਪੋਸਟਾਂ ਅਜੇ ਤੱਕ ਨਹੀਂ ਆਈਆਂ, ਤਾਂ ਤੁਸੀਂ ਹੁਣ ਵੀ ਇਹਨੂੰ ਬਿਲਕੁਲ ਅਵੇਲ ਕਰ ਸਕਦੇ ਹੋ। ਜਿਹੜੇ ਤੁਹਾਡੇ ਪ੍ਰੀਵੀਅਸ ਲੈਕਚਰ ਬਚੇ ਹੋਣਗੇ, ਜਿਹੜੇ ਰਹਿ ਗਏ ਤੁਹਾਡੇ, ਉਹਨਾਂ ਦੀਆਂ ਤੁਹਾਨੂੰ ਰਿਕਾਰਡਿੰਗਸ ਮਿਲ ਜਾਣਗੀਆਂ, ਉਹ ਰਿਕਾਰਡਿੰਗਸ ਤੁਸੀਂ ਲਗਾ ਸਕਦੇ ਹੋ। ਠੀਕ ਹੈ ਜੀ। ਤਾਂ ਬਹੁਤ ਫਾਇਦੇਮੰਦ ਹੋਣ ਵਾਲਾ ਹੈ। ਫਾਇਦੇਮੰਦ ਕਿਉਂ ਹੋਣ ਵਾਲਾ ਹੈ? ਕਿਉਂਕਿ ਇਸ ਬੈਚ ਦੇ ਅੰਦਰ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਬਈ ਡੇਲੀ ਲਾਈਵ ਕਲਾਸਿਸ ਤਾਂ ਤੁਹਾਡੀਆਂ ਹੁੰਦੀਆਂ ਹੀ ਹੈ। ਠੀਕ ਹੈ, ਡੇਲੀ ਲਾਈਵ ਕਲਾਸਿਸ ਤਾਂ ਹੁੰਦੀਆਂ, ਜਿਹੜੀਆਂ ਡੇਲੀ ਤੁਹਾਡੀਆਂ ਲਾਈਵ ਕਲਾਸਿਸ ਚੱਲਦੀਆਂ ਮੰਡੇ ਟੂ ਸੈਟਰਡੇ। ਠੀਕ ਹੈ, ਮੰਡੇ ਟੂ ਸੈਟਰਡੇ ਤੁਹਾਡੀਆਂ ਲਾਈਵ ਕਲਾਸਿਸ ਚੱਲਦੀਆਂ। ਉਸ ਤੋਂ ਬਾਅਦ ਜਿਹੜਾ ਹੈ ਇਹਦੇ ਅੰਦਰ ਅਸੀਂ ਤੁਹਾਨੂੰ ਨਾਲ ਨੋਟਸ ਵੀ ਦੇਵਾਂਗੇ। ਡੇਲੀ ਲੈਕਚਰ ਦੇ ਜਿਹੜੇ ਵੀ ਡੇਲੀ ਦੇ ਨੋਟਸ ਬਣਦੇ ਆ ਉਹ ਹੋਣਗੇ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈ ਤੁਹਾਨੂੰ ਕੁਐਸਚਨਸ, ਵੱਧ ਤੋਂ ਵੱਧ ਕੁਐਸਚਨਸ ਪ੍ਰੈਕਟਿਸ ਕਰਾਏ ਜਾਣਗੇ, ਕਿਉਂਕਿ ਅਪਰੋਚ ਕਿਵੇਂ ਦੀ ਰਹੇਗੀ ਸਾਰੇ ਟੀਚਰਸ ਦੀ, ਕੁਐਸਚਨ ਸੋਲਵਿੰਗ ਅਪਰੋਚ ਰਹੇਗੀ। ਕਿਉਂਕਿ ਤੁਹਾਨੂੰ ਪਤਾ ਹੈ ਐਗਜ਼ਾਮ ਤੁਹਾਡਾ ਕਿਵੇਂ ਨਿਕਲਣਾ ਬਈ, ਥਿਉਰੀ ਤਾਂ ਚਲੋ ਬਹੁਤ ਦੁਨੀਆ ਦੀ ਸਟਰੋਂਗ ਹੈ, ਪਰ ਸਾਰਿਆਂ ਦਾ ਪੇਪਰ ਨਹੀਂ ਨਿਕਲਦਾ। ਉਹਦੇ ਪਿੱਛੇ ਕਾਰਨ ਕੀ ਹੈ? ਲੈਕ ਆਫ ਪ੍ਰੈਕਟਿਸ। ਠੀਕ ਹੈ, ਥਿਉਰੀ ਪਤਾ ਹੋਣਾ ਸਿਰਫ ਇਨਫ ਨਹੀਂ ਹੈ। ਸਭ ਤੋਂ ਜ਼ਰੂਰੀ ਕੀ ਹੈ? ਤੁਹਾਨੂੰ ਉਹ ਥਿਉਰੀ ਨੂੰ ਅਪਲਾਈ ਕਰਕੇ ਕੁਐਸਚਨ ਸੋਲਵ ਕਰਨਾ ਆਉਣਾ ਚਾਹੀਦਾ ਹੈ, ਜੋ ਕਿ ਮੋਸਟਲੀ ਲੋਕਾਂ ਨੂੰ ਨਹੀਂ ਆਉਂਦਾ। ਇਸੇ ਕਰਕੇ ਦੇਖੋ ਜਿੰਨੇ ਕਈ ਇੰਨੇ ਲੋਕ ਇੰਟੈਲੀਜੈਂਟ ਹੁੰਦੇ ਆ ਜਿਨ੍ਹਾਂ ਨੂੰ ਬਹੁਤ ਗਿਆਨ ਹੁੰਦਾ ਹੈ, ਪਰ ਫਿਰ ਵੀ ਪੇਪਰ ਨਹੀਂ ਕੱਢ ਪਾਉਂਦੇ, ਕਿਉਂਕਿ ਕਮੀ ਕਿੱਥੇ ਫਸਦੀ ਹੈ? ਇੱਥੇ ਫਸਦੀ ਹੈ ਕੁਐਸਚਨ ਪ੍ਰੈਕਟਿਸ ਨਹੀਂ। ਤਾਂ ਇਹਦੇ ਅੰਦਰ ਅਸੀਂ ਤੁਹਾਨੂੰ MCQs ਪਲੱਸ PYQs, ਠੀਕ ਹੈ, ਪਲੱਸ PYQs ਸਭ ਕਰਾਉਂਦੇ ਆ। ਤਾਂ ਇਹ ਬੈਚ ਜਿਹੜਾ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋਣ ਵਾਲਾ ਹੈ। ਇਹਨੂੰ ਤੁਸੀਂ ਬਿਲਕੁਲ ਅਵੇਲ ਕਰ ਸਕਦੇ ਹੋ। ਸਾਡੇ ਇੰਸਟੀਚਿਊਟ ਦੇ ਨੰਬਰ ਤੇ ਕਾਲ ਕਰਕੇ ਤੁਸੀਂ ਇਹਦੀ ਵਧੇਰੀ ਜਾਣਕਾਰੀ ਲੈ ਸਕਦੇ ਹੋ ਔਰ ਇਹਦੇ ਅੰਦਰ ਆਪਣੇ ਆਪ ਨੂੰ ਫਟਾਫਟ ਇਨਰੋਲ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਇਹਦੇ ਨਾਲ ਫਾਇਦਾ ਬਹੁਤ ਜ਼ਿਆਦਾ ਮਿਲਣ ਵਾਲਾ ਹੈ। ਠੀਕ ਹੈ ਜੀ। ਹੁਣ ਆਨੇ ਆ ਵਾਪਸ ਆਪਾਂ ਜੋ ਕਰ ਰਹੇ ਸੀ। ਤਾਂ ਅੱਜ ਦਾ ਸਾਡਾ ਟੌਪਿਕ ਰਹੇਗਾ, ਤੁਸੀਂ ਦੇਖ ਹੀ ਲਿਆ, ਨਿਊਟਨ ਦੇ ਲਾਜ਼ ਆਫ ਮੋਸ਼ਨ ਹੈ। ਲਾਜ਼ ਆਫ ਮੋਸ਼ਨ ਤੁਸੀਂ ਆਪਣੀਆਂ ਛੋਟੀਆਂ ਕਲਾਸਾਂ ਤੋਂ, ਮੈਂ ਕਹੂੰਗੀ ਆਲਮੋਸਟ 9th ਕਲਾਸ ਤੋਂ ਤੁਸੀਂ ਪੜ੍ਹਦੇ ਆ ਰਹੇ ਹੋ। ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਬਈ 3 ਲਾਅ ਹੁੰਦੇ ਆ। ਇੱਕ ਲਾਅ ਕਿਹੜਾ ਹੈ? ਪਹਿਲਾ ਲਾਅ ਹੈ ਲਾਅ ਆਫ ਇਨਰਸ਼ੀਆ, ਜਿਹਨੂੰ ਆਪਾਂ ਕਹਿੰਦੇ ਆ ਬੋਡੀ ਸਟੇਜ਼ ਐਟ ਰੈਸਟ ਔਰ ਇਨ ਅ ਸਟੇਟ ਆਫ ਯੂਨੀਫਾਰਮ ਮੋਸ਼ਨ ਅੰਟਿਲ ਐਂਡ ਅਨਲੈਸ ਸਮ ਐਕਸਟਰਨਲ ਏਜੰਸੀ ਜਿਹੜਾ ਹੈ ਉਹਦੇ ਅੰਦਰ ਕੋਈ ਚੇਂਜ ਕਾਜ਼ ਕਰੇ। ਠੀਕ ਹੈ, ਉਹਦੇ ਤੋਂ ਬਾਅਦ ਸੈਕੰਡ ਲਾਅ ਨੂੰ ਰੀਅਲ ਲਾਅ ਆਫ ਮਕੈਨਿਕਸ ਵੀ ਆਪਾਂ ਕਹਿੰਦੇ ਆ, ਰੀਅਲ ਲਾਅ ਆਫ ਮੋਸ਼ਨ ਵੀ ਕਹਿੰਦੇ ਆ, ਜੋ ਕਿ ਹੈ F = ma ਜਾਂ
F इज इक्वल टू डी पी बाई डी टी, फोर्स इज रेट ऑफ चेंज ऑफ मोमेंटम। और लास्ट जिहड़ा है तुहाडा एवरी एक्शन हैज एन इक्वल एंड ऑपोजिट रिएक्शन। ठीक है, इन्हां दे अंदरों ही तुहाडे कंजरवेशन लॉज भी जिहड़े है, कंजरवेशन ऑफ लीनियर मोमेंटम, कंजरवेशन ऑफ एंगुलर मोमेंटम और कंजरवेशन ऑफ एनर्जी भी ड्राइव कराया गया। पर इहदे अंदर एक प्रॉब्लम हुई। ठीक है जी, वो प्रॉब्लम की हुई बई, मैं एक स्टेटमेंट इत्थे लिख रही हाँ, ਜਿਹੜੀ स्टेटमेंट ਤੁਹਾਨੂੰ पता होनी चाहिए और ਉਹਦੇ ਪਿੱਛੇ ਦਾ ਕਾਰਨ ਤੁਹਾਨੂੰ पता होना चाहिए। ठीक है, ਇਹਦੇ ਤੋਂ ਬਾਅਦ ਆਪਾਂ क्वेश्चन सॉल्विंग स्टार्ट ਕਰਾਂਗੇ डायरेक्ट। देखो ਜਿਹੜਾ ਤੁਹਾਡਾ ਨਿਊਟਨ ਦੇ ਲਾਜ਼ ਹੈ, Newton's laws are less universal than conservation laws। ਇਹ डायरेक्ट क्वेश्चन भी एग्जाम ਦੇ ਅੰਦਰ ਬਣ ਸਕਦਾ ਹੈ ਕਿ ਜਿਹੜੇ ਨਿਊਟਨ ਦੇ ਲਾਅ ਹੈ ਉਹ ਕੰਜ਼ਰਵੇਸ਼ਨ ਲਾਜ਼ ਤੋਂ ਘੱਟ ਯੂਨੀਵਰਸਲ ਹੈ। ਕਿਉਂ ਬਈ? ਤੁਹਾਨੂੰ ਪਤਾ ਹੈ 4 ਤਰੀਕੇ ਦੀਆਂ ਫੰਡਾਮੈਂਟਲ ਇੰਟਰੈਕਸ਼ਨਸ ਹੁੰਦੀਆਂ ਸਾਡੀ ਨੇਚਰ ਦੇ ਅੰਦਰ। ਕਿਹੜੀਆਂ ਹੁੰਦੀਆਂ? ਫਟਾਫਟ ਕਮੈਂਟ ਕਰਕੇ ਦੱਸੋ। ਠੀਕ ਹੈ, ਪਰ ਮੈਂ ਵੀ ਦੱਸ ਦਿੰਨੀ ਆ ਬਈ ਕਿਹੜੀਆਂ ਹੁੰਦੀਆਂ। ਸਟਰੋਂਗ ਹੁੰਦੀ ਹੈ, ਵੀਕ ਹੁੰਦੀ ਹੈ, ਗ੍ਰੈਵਿਟੇਸ਼ਨਲ ਹੁੰਦੀ ਹੈ ਔਰ ਇਲੈਕਟ੍ਰੋਮੈਗਨੈਟਿਕ ਹੁੰਦੀ ਹੈ। ਠੀਕ ਹੈ ਜੀ, ਇਹ 4 ਤਰੀਕੇ ਦੀਆਂ ਸਾਡੇ ਕੋਲ ਫੰਡਾਮੈਂਟਲ ਇੰਟਰੈਕਸ਼ਨਸ ਹੁੰਦੀਆਂ। ਨਿਊਕਲੀਅਰ ਫਿਜ਼ਿਕਸ ਵਾਲੀ प्लेलिस्ट के अंदर डिटेल के अंदर पूरा लैक्चर है जिन्हें अंदर मैं इन्हों की रेंज बारे, ठीक है, स्ट्रेंथ बारे सारा कुछ डिस्कस कराया होया। हुण जिहड़े न्यूटन के लॉ है बई, जिहड़े न्यूटन के लॉ है वो सिर्फ और सिर्फ किहदे ते एप्लीकेबल है? ग्रैविटेशनल इंटरैक्शनस ते इलैक्ट्रोमैगनैटिक। ਜਿਹੜੇ ਨਿਊਟਨ ਦੇ ਲਾਅ ਹੈ ਸਿਰਫ ਔਰ ਸਿਰਫ ਇਹਨਾਂ ਦੋਨਾਂ ਇੰਟਰੈਕਸ਼ਨਸ ਦੇ ਅੰਦਰ ਵੈਲਿਡ ਹੈ। ਇਹ ਸਟਰੋਂਗ ਇੰਟਰੈਕਸ਼ਨਸ ਔਰ ਵੀਕ ਇੰਟਰੈਕਸ਼ਨਸ ਦੇ ਅੰਦਰ ਵੈਲਿਡ ਨਹੀਂ ਹੈ। ਠੀਕ ਹੈ, ਪਰ ਜੇ ਆਪਾਂ ਗੱਲ ਕਰਦੇ ਹਾਂ ਕੰਜ਼ਰਵੇਸ਼ਨ ਲਾਜ਼, ਹੁਣ ਕੰਜ਼ਰਵੇਸ਼ਨ ਲਾਜ਼ ਕਿਹੜੇ ਆ ਜਾਂਦੇ ਆ? ਕੰਜ਼ਰਵੇਸ਼ਨ ਲਾਜ਼ ਚ ਕਿਹੜੇ ਲਾਜ਼ ਆ ਜਾਂਦੇ ਆ ਬਈ? ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਆ ਜਾਏਗਾ, ਲੀਨੀਅਰ ਮੋਮੈਂਟਮ, ਲਾਅ ਆਫ ਕੰਜ਼ਰਵੇਸ਼ਨ ਆਫ एंगुलर मोमेंटम आ जाएगा और लास्टली तुहाडा लॉ ऑफ कंजरवेशन ऑफ एनर्जी। ये चारों जेड़े, ये तीनों जेड़े है बई, ये तुहाडे चारों इंटरैक्शनस दे अंदर वैलिड है। जिन्नियां भी तुहाडियां नेचर दे अंदर 4 फंडामेंटल इंटरैक्शनस हुंदियां सारियां दे अंदर होल्ड ट्रू करदे हैं लॉ ऑफ कंजरवेशन ऑफ लीनियर मोमेंटम, लॉ ऑफ कंजरवेशन ऑफ एंगुलर मोमेंटम एंड लॉ ऑफ कंजरवेशन ऑफ एनर्जी। इस करके इन्हां नूं ज़्यादा यूनीवर्सल मन्निया जांदा है एज कंपेयर टू न्यूटन्स लॉज। ठीक है, और सही अप्रोच की मन्नी जाती है भाई? सही अप्रोच ये मन्नी जाती है कि तुसी कंजरवेशन लॉज तो न्यूटन के लॉ डिराइव करो। और इहदा प्रूफ तुसी अपनी मैकेनिक्स की बुक के अंदर करया भी होएगा, BSc फर्स्ट ईयर के अंदर तुसी ये चीज़ करी भी होएगी कि तुसी इन्हां तो जिहड़ा है डिराइव करया होएगा न्यूटन के लॉज नूं। पर इत्थे तुहानूं पता है सानूं डेरिवेशनस की लोड़ नहीं है। ਤਾਂ ਇਹਨਾਂ ਨੂੰ ਕਿਵੇਂ ਪ੍ਰੂਵ ਕਰਿਆ ਗਿਆ ਐਟ ਦ ਫਰਸਟ ਪਲੇਸ? ਦੇਖੋ ਨਿਊਟਨ ਨੇ ਕੀ ਕਰਿਆ ਸੀ, ਨਿਊਟਨ ਨੇ ਲਾਜ਼ ਤੋਂ, ਨਿਊਟਨ ਦੇ ਲਾਜ਼ ਤੋਂ ਪ੍ਰੂਵ ਕਰੇ ਸੀ ਇਹ। पर इनू गलत अप्रोच मन्निया गया। क्यों? क्योंकि न्यूटन के जिहड़े लॉज है वो ज़्यादा यूनीवर्सल नहीं है, वो सिर्फ और सिर्फ 2 तरीके की इंटरैक्शनस वैलिड हैं जो कि है ग्रेविटेशनल एंड इलैक्ट्रोमैग्नेटिक। ठीक है जी, मन्निया एक्चुअली सही अप्रोच की है। फिर आइंस्टाइन ने कंसैप्ट दिता बई स्पेस टाइम सिमेट्री का। ठीक है, स्पेस और टाइम सिमेट्रिक है, ਇਹਦਾ ਕੰਸੈਪਟ ਦਿੱਤਾ ਜਿਹਦੇ ਤੋਂ ਕਿ ਕੰਜ਼ਰਵੇਸ਼ਨ ਲਾਜ਼ ਡਿਰਾਈਵ ਹੋਏ ਔਰ ਫਿਰ ਉਹਨਾਂ ਕੰਜ਼ਰਵੇਸ਼ਨ ਲਾਜ਼ ਤੋਂ ਨਿਊਟਨ ਦੇ ਲਾਜ਼ ਬਣੇ। ਠੀਕ ਹੈ, ਤਾਂ ਉਹਨੂੰ ਜਿਹੜਾ ਹੈ ਜ਼ਿਆਦਾ ਕਨਵੈਨਸ਼ਨਲ ਔਰ ਜ਼ਿਆਦਾ ਸਹੀ ਅਪਰੋਚ ਮੰਨਿਆ ਜਾਂਦਾ ਕਿਉਂਕਿ ਜਿਹੜੇ ਕੰਜ਼ਰਵੇਸ਼ਨ ਲਾਜ਼ ਹੈ ਉਹ ਜ਼ਿਆਦਾ ਫੰਡਾਮੈਂਟਲ ਹੈ, ਉਹ ਜ਼ਿਆਦਾ ਯੂਨੀਵਰਸਲ ਹੈ ਕਿਉਂਕਿ ਚਾਰੋਂ ਤਰੀਕੇ ਦੀਆਂ ਇੰਟਰੈਕਸ਼ਨਸ ਦੇ ਅੰਦਰ ਇਹ ਵੈਲਿਡ ਹੈ। ਠੀਕ ਹੈ ਜੀ, ਤਾਂ ਸਪੇਸ ਟਾਈਮ ਸਿਮੈਟਰੀ ਇੱਕ ਨਵਾਂ ਵਰਡ ਸਾਡੇ ਕੋਲ ਆ ਗਿਆ, ਸਪੇਸ ਟਾਈਮ ਸਿਮੈਟਰੀ। ਹੁਣ स्पेस टाइम सिमेट्री की कहती है बई? वो ये कहती है कि जिहड़ा स्पेस है तुहानूं पता है ये होमोजीनियस है, स्पेस होमोजीनियस है, स्पेस आइसोट्रॉफिक है। ठीक है जी, और स्पेस जिहड़ा है तुहाडा यूक्लिडियन है। ये कुछ प्रॉपर्टीज है, इन्होंने एक एक करके मैं हुणी तुहानूं एक्सप्लेन करूंगी। ठीक है, उस तो बाद जिहड़ा है इन्होंने सेम चीज़ टाइम ਲਈ कही। टाइम ਲਈ क्या कि बई टाइम 1 डायमेंशनल है पहली गल तां। ठीक है, कंटिन्यूअसली फ्लो करता है, होमोजीनियस है, होमोजीनियस है और आइसोट्रॉपिक है। ठीक है,
ਹੋਮੋਜੈਨਿਟੀ ਆਫ ਸਪੇਸ ਦਾ ਕੀ ਮਤਲਬ ਹੈ? ਸਭ ਤੋਂ ਪਹਿਲਾਂ ਤੁਸੀਂ ਇਹ ਵਰਡ ਸੁਨੇ ਵੀ ਹੋਣੇ, ਹੋਮੋਜੈਨਿਟੀ ਆਫ ਸਪੇਸ, ਹੋਮੋਜੈਨਿਟੀ ਆਫ ਫਲੋ ਆਫ ਟਾਈਮ, ਆਈਸੋਟ੍ਰੋਪੀ ਆਫ ਸਪੇਸ, ਆਈਸੋਟ੍ਰੋਪੀ ਆਫ ਟਾਈਮ। ਇਹਨਾਂ ਦਾ ਮਤਲਬ ਕੀ ਹੈ? ਦੇਖੋ ਹੋਮੋਜੈਨਿਟੀ ਦਾ ਮਤਲਬ ਇਹ ਹੈ ਕਿ ਜੇ ਆਪਾਂ ਕਿਸੇ ਵੀ ਸਿਸਟਮ ਆਫ ਪਾਰਟੀਕਲਸ ਨੂੰ ਅਲੋਂਗ ਅ ਸਟ੍ਰੇਟ ਲਾਈਨ ਸ਼ਿਫਟ ਕਰ ਦਈਏ, ठीक है, अलोंग अ स्ट्रेट लाइन शिफ्ट कर दी विदाउट चेंजिंग द पैरामीटर्स। पैरामीटर्स का मतलब की है, जिवें मान लो फॉर एग्जांपल मेरे को दो मासेस हैं m1 m2, ठीक है। हुण इन्हां दे विच कुछ ग्रेविटेशनल फोर्स लग रही है g m1 m2 अपॉन r स्क्वायर, ठीक है। इन्हां दे विच दा डिस्टेंस है r। हुण मान लो मैं एक स्ट्रेट लाइन दे अलोंग इस सिस्टम नू शिफ्ट करदा इत्थे, अजे भी इन्हां दे मासेस m1 m2 हैं और अजे भी इन्हां दे विच दा डिस्टेंस r है, तां उरे भी जिहड़ी ग्रेविटेशनल फोर्स है वो भी F इज इक्वल टू जी m1 m2 बाय r स्क्वायर ही रहेगा, चेंज नहीं होएगा। ਤਾਂ ਇਹ ਕੀ ਹੋਇਆ, ਇਹਨੂੰ ਆਪਾਂ ਕਹਿੰਦੇ ਹੋਮੋਜੈਨਿਟੀ ਆਫ ਸਪੇਸ। ਮਤਲਬ ਕਿ ਸਪੇਸ ਦੀ ਜਿਹੜੀ ਕਿ ਸਪੇਸ ਦੀਆਂ ਪ੍ਰੋਪਰਟੀਆਂ ਹੈ, ਦੇਖੋ ਉਹ ਚੇਂਜ ਨਹੀਂ ਹੋ ਰਹੀਆਂ ਚਾਹੇ ਆਪਾਂ ਸਿਸਟਮ ਨੂੰ ਅਲੋਂਗ ਦਾ ਸਟ੍ਰੇਟ ਲਾਈਨ ਸ਼ਿਫਟ ਕਰ ਦਈਏ। ਇਹ ਤਾਂ ਹੋ ਗਈ ਹੋਮੋਜੈਨਿਟੀ ਆਫ ਸਪੇਸ। ਔਰ ਹੋਮੋਜੈਨਿਟੀ ਆਫ ਸਪੇਸ ਤੋਂ ਆਪਾਂ ਕਿਹੜਾ ਲਾਅ ਪ੍ਰੂਵ ਕਰਦੇ ਹਾਂ? ਲਾਅ ਪ੍ਰੂਵ ਤੁਹਾਨੂੰ ਲੋੜ ਨਹੀਂ ਹੈ, ਯਾਦ ਰੱਖਣਾ ਹੈ ਕਿ ਕਿਹੜੀ ਪ੍ਰੋਪਰਟੀ ਤੋਂ ਕਿਹੜੀ ਚੀਜ਼ ਪ੍ਰੂਵ ਕਰ ਸਕਦੇ ਹਾਂ। ਤਾਂ ਬਈ ਹੋਮੋਜੈਨਿਟੀ ਆਫ ਸਪੇਸ ਤੋਂ ਆਪਾਂ ਪ੍ਰੂਵ ਕੀ ਕਰਦੇ ਹਾਂ? ਹੋਮੋਜੈਨਿਟੀ ਆਫ ਸਪੇਸ ਤੋਂ ਤੁਸੀਂ ਪ੍ਰੂਵ ਕਰ ਸਕਦੇ ਹੋ ਜਿਹੜਾ ਮੈਂ ਉਰੇ ਇੱਕ ਇੱਕ ਵਰਡ ਬੋਲ ਰਹੀ ਹਾਂ ਨਾ ਬਈ, ਉਹ ਤੁਹਾਡਾ ਪੋਟੈਂਸ਼ੀਅਲ ਕੁਐਸਚਨ ਹੈ ਐਗਜ਼ਾਮ ਦਾ। ਜਿਹੜਾ ਇੱਕ ਇੱਕ ਵਰਡ ਇੱਥੇ ਲਿਖ ਰਹੀ ਹਾਂ ਉਹ ਐਗਜ਼ਾਮ ਦੇ ਅੰਦਰ MCQ ਬਣ ਸਕਦਾ ਹੈ। ਤਾਂ ਪਲੀਜ਼ ਇੱਥੇ ਧਿਆਨ ਦਿਆ ਕਰੋ ਔਰ ਆਪਣਾ ਨੋਟਸ ਨਾਲ ਨਾਲ ਬਣਾਉਂਦੇ ਚੱਲੋ, ਠੀਕ ਹੈ। ਨੋਟਸ ਨੂੰ ਨਾਲ ਨਾਲ ਕਰਦੇ ਜਾਣਾ ਹੈ, ਕਲਾਸ ਦੇ ਅੰਦਰ ਜਵਾਬ ਦੇਣਾ ਹੈ, ठीक है। लाइव कमेंट्स के अंदर जवाब दियो, थल्ले जिहड़े कमेंट्स हुंदे हैं उन्हां दे अंदर जवाब दियो, चीज़ां नूं याद रखो, ठीक है। तो देखो होमोजेनिटी ऑफ स्पेस तो आपां प्रूव करदे हां कंजरवेशन ऑफ लीनियर मोमेंटम। की प्रूव कर सकते हैं? कंजरवेशन ऑफ लीनियर मोमेंटम प्रूव कर सकते हैं होमोजेनिटी ऑफ स्पेस तो। उस तो बाद वापस आ जाओ भाई, आइसोट्रॉपी ऑफ स्पेस का की मतलब है कि स्पेस आइसोट्रॉपिक है। मतलब की है कि जे मैं अपने फ्रेम नूं, मान लो कोई फ्रेम ऑफ रेफरेंस है XYZ, ਉਹਨੂੰ थीटा एंगल ਦੇ ਨਾਲ रोटेट करदा, ठीक है। और विदाउट चेंजिंग द पैरामीटर्स ऑफ द सिस्टम, जो भी है मतलब मान लो मासेस सेम रखे, डिस्टेंस सेम रखा, सारा कुछ सेम रखा, तो ਜਿਹੜੀ प्रॉपर्टीज हैं स्पेस ਦੀਆਂ ਉਹ चेंज नहीं ਹੋਣਗੀਆਂ। ਇੱਥੇ ਕੀ ਕਰਿਆ ਸੀ? ਹੋਮੋਜੈਨਿਟੀ ਦੇ ਅੰਦਰ ਆਪਾਂ ਸਪੇਸ ਨੂੰ ਸ਼ਿਫਟ ਕਰਿਆ ਸੀ ਅਲੋਂਗ ਅ ਸਟ੍ਰੇਟ ਲਾਈਨ। ਆਈਸੋਟ੍ਰੋਪੀ ਦੇ ਅੰਦਰ ਆਪਾਂ ਕੀ ਕਰਦੇ ਹਾਂ? ਰੋਟੇਟ ਕਰਦੇ ਹਾਂ, ठीक है जी। आइसोट्रोपी के अंदर आप की कर दें? स्पेस नूं रोटेट कर दें। तो आइसोट्रोपी ऑफ स्पेस तो तुसी की प्रूव कर सकते हो? आइसोट्रोपी ऑफ स्पेस तो आप प्रूव करते हैं कंजरवेशन ऑफ एंगुलर मोमेंटम। ठीक है जी। और होमोजेनिटी ऑफ टाइम तो की प्रूव करते हैं? होमोजेनिटी ऑफ टाइम तो आप प्रूव करते हैं कंजरवेशन ऑफ एनर्जी। तो यह स्लाइड पर्टिकुलर स्लाइड जी मैं लिखी हुई है बहुत इंपॉर्टेंट है। ये अंदरों तो MCQ डायरैक्ट बन सकता, तो पूछा जा सकता कि बई दसो कि स्पेस ते टाइम की प्रॉपर्टी तो कोई भी लॉ तो कंजरवेशन का दिता हो सकता है। मान लो पूछा जा सकता है भी दसो बई कि प्रॉपर्टी तो कंजरवेशन ऑफ एनर्जी प्रूव करी जा सकती है। तो तुहानूं 4 ऑप्शन दे देगा, उन्होंने 4 दे विचों तुसीं सिलेक्ट करना होएगा। तो याद रखियो होमोजेनिटी ऑफ स्पेस तो आप प्रूव कर सकते हैं कंजरवेशन ऑफ लीनियर मोमेंटम, आइसोट्रॉपी ऑफ स्पेस तो प्रूव कर सकते हैं कंजरवेशन ऑफ एंगुलर मोमेंटम, एंड लास्टली होमोजेनिटी ऑफ टाइम तो प्रूव कर सकते हैं कंजरवेशन ऑफ एनर्जी। ठीक है जी। ये चीज़ सीगी जिहड़ी मैं तुहानूं दसना चाहुंदी सी, तुहाडे दिमाग दे अंदर जिहड़ी है बिल्कुल होनी चाहिए है। उस तो बाद तुहानूं पता है जदों आपां न्यूटन दे लॉज ऑफ मोशन यूज़ करने हुंदे हैं, तो एक कंसैप्ट जिहड़ा तुहानूं बिल्कुल दिमाग के अंदर क्लीयर होना चाहिए, वो है फ्री बॉडी डायग्राम। ठीक है। तो जो भी कोई न्यूमेरिकल तुसी सॉल्व करोगे न्यूटन लॉज के नाल जुड़िया होया, ऑब्वियस जी गल है भी जो आप न्यूटन लॉ के नाल जुड़िया होया कोई भी न्यूमेरिकल करांगे आप इनर्शियल फ्रेम की गल करांगे। ठीक है। क्योंकि तुहानूं पता नॉन इनर्शियल फ्रेम के अंदर की हो जाता है, नॉन इनर्शियल फ्रेम के अंदर एक स्यूडो फोर्स सानूं लगानी पैंदी है, उहदी गल आपां आउण वाले लैक्चरस के अंदर करांगे। इहदे अंदर आपां इनर्शियल फ्रेम्स की गल करांगे। हुण इनर्शियल फ्रेम्स के अंदर तुहानूं फ्री बॉडी डायग्राम जिहड़े है वो बनाने आने चाहिए बई, कोई भी तुहानूं जिहड़ी है सिचुएशन क्वेश्चन के अंदर दित्ती हो सकती है। हुण उहनूं आपां किवें समझांगे? देखो एवें कोई तरीका नहीं हुंदा फ्री बॉडी डायग्राम बनाउण दा, फोर्सेस नूं आपां बैलेंस करना हुंदा है, तो वो सारी चीज़ां आपां समझांगे थ्रू क्वेश्चनस। ठीक है।
ਤਾਂ ਹੁਣ ਬਿਨਾਂ ਕੋਈ ਟਾਈਮ ਵੇਸਟ ਕਰਦੇ ਹੋਏ ਆਪਾਂ ਆਪਣੇ ਕੁਐਸਚਨਸ ਵੱਲ ਮੂਵ ਕਰਦੇ ਹਾਂ, ਕਿਉਂਕਿ ਮੈਂ ਬਾਰ-ਬਾਰ ਕਹਿੰਨੀ ਆ ਕਿ ਬਈ ਕੁਐਸਚਨਸ ਸਟੱਡੀ ਕਰਨੇ ਬਹੁਤ ਜ਼ਰੂਰੀ ਹੈ। ਡਿਟੇਲਡ ਥਿਓਰੀਜ਼ ਦੇਖੋ ਪੇਡ ਬੈਚ ਦੇ ਅੰਦਰ ਕਰਾਈ ਜਾ ਰਹੀ ਹੈ, ਪਰ ਨਾਲ ਦੀ ਨਾਲ ਦੇਖੋ ਜਿਨ੍ਹਾਂ ਨੇ ਇੱਕ ਵਾਰ ਸਿਲੇਬਸ ਪੜਿਆ ਹੋਇਆ ਬਈ ਉਹ ਲੋਕਾਂ ਲਈ ਇਹ ਕੁਐਸਚਨਸ ਪ੍ਰੈਕਟਿਸ ਜਿਹੜੀ ਹੈ ਬਹੁਤ ਜ਼ਿਆਦਾ ਹੈਲਪਫੁਲ ਰਹੇਗੀ, ਔਰ ਜਿਨ੍ਹਾਂ ਨੇ ਨਹੀਂ ਵੀ ਪੜ੍ਹੀ ਹੋਈ ਉਹਨਾਂ ਲਈ ਵੀ, ਕਿਉਂਕਿ ਇਹ ਸਭ ਚੀਜ਼ਾਂ ਤੁਸੀਂ ਕਿਤੇ ਨਾ ਕਿਤੇ ਕਰੀਆਂ ਹੀ ਹੋਈਆਂ, ਠੀਕ ਹੈ। ਤੁਸੀਂ ਕਿਤੇ ਨਾ ਕਿਤੇ ਇਹ ਚੀਜ਼ਾਂ 11th ਦੇ ਅੰਦਰ, 12th ਦੇ ਅੰਦਰ, ਗ੍ਰੈਜੂਏਸ਼ਨ ਦੇ ਅੰਦਰ ਕਿਤੇ ਨਾ ਕਿਤੇ ਕਰੀਆਂ ਹੀ ਹੋਈਆਂ, ਠੀਕ ਹੈ ਜੀ। ਤਾਂ ਇੱਥੇ ਤੁਹਾਨੂੰ ਕਰਕੇ ਰਿਵਾਈਜ਼ ਹੋ ਜਾਣਗੀਆਂ। ਚਲੋ ਚੱਲਦੇ ਹਾਂ। ਅੱਜ ਦਾ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਪੇਸ਼ ਹੈ, ਠੀਕ ਹੈ ਜੀ। ਪਹਿਲੀ ਦੀ ਸ਼ੁਰੂਆਤ ਹਮੇਸ਼ਾ ਧਮਾਕੇਦਾਰ ਹੋਣੀ ਚਾਹੀਦੀ ਹੈ, ਤਾਂ ਬਈ ਇਹ ਕੁਐਸਚਨ ਤਾਂ ਤੁਹਾਨੂੰ ਬਿਲਕੁਲ ਸੋਲਵ ਆਪੇ ਹੀ ਕਰਨਾ ਚਾਹੀਦਾ, ਔਰ ਬਹੁਤ ਹੀ ਆਸਾਨ ਕੁਐਸਚਨ ਹੈ, ਠੀਕ ਹੈ। ਚਲੋ ਦੇਖਦੇ ਹਾਂ। ਕੁਐਸਚਨ ਕਹਿ ਰਿਹਾ ਅ ਡਰਾਈਵਰ ਆਫ ਅ ਕਾਰ ਮੂਵਿੰਗ ਐਟ ਅ ਸਪੀਡ ਆਫ 20 ਮੀਟਰ ਪਰ ਸੈਕਿੰਡ finds a child on a road 50 meter ahead. He stops the car 10 meter behind the child. If the mass of the car is 1000 kg, calculate the average force on the car and the time taken to stop the car. ठीक है जी। ਹੁਣ ਤੁਹਾਨੂੰ ਪਤਾ ਇਕੁਏਸ਼ਨ ਆਫ ਮੋਸ਼ਨ v is equal to u plus at, ਫਿਰ ਉਸ ਤੋਂ ਬਾਅਦ ਹੁੰਦੀ ਹੈ s is equal to ut plus half at square, ਲਾਸਟਲੀ v square is equal to u square plus 2as। ਤਾਂ ਇਹ ਤਿੰਨ ਸਾਡੀਆਂ ਇਕੁਏਸ਼ਨ ਆਫ ਮੋਸ਼ਨ ਹੁੰਦੀਆਂ, ਤਾਂ ਉਹਨਾਂ ਨੂੰ ਯੂਜ਼ ਕਰਕੇ ਤੁਸੀਂ ਇਸ ਕੁਐਸਚਨ ਨੂੰ ਆਰਾਮ ਦੇ ਨਾਲ ਸੋਲਵ ਕਰ ਸਕਦੇ ਹੋ, ਠੀਕ ਹੈ। ਦੇਖੋ ਤੁਹਾਨੂੰ ਕੀ ਕੀ ਦਿੱਤਾ ਹੋਇਆ ਹੈ। ਕਾਰ ਮੂਵਿੰਗ ਐਟ ਅ ਸਪੀਡ, ਤਾਂ ਕਾਰ ਦੀ ਇਨੀਸ਼ੀਅਲ ਸਪੀਡ ਤੁਹਾਨੂੰ ਦਿੱਤੀ ਹੋਈ ਹੈ 20 ਮੀਟਰ ਪਰ ਸੈਕਿੰਡ। ਉਸ ਤੋਂ ਬਾਅਦ ਬਈ ਉਹਨੇ ਇੱਕ ਬੱਚਾ ਦੇਖ ਲਿਆ ਕਿੰਨੀ ਡਿਸਟੈਂਸ ਤੇ 50 ਮੀਟਰ ਅਹੈਡ ਤੇ, ਪਰ ਦੇਖੋ ਕੀ ਕਹਿ ਰਿਹਾ ਕੁਐਸਚਨ, ਧਿਆਨ ਨਾਲ ਪੜੋ। ਹੀ ਸਟਾਪਸ ਦ ਕਾਰ 10 ਮੀਟਰ ਬਿਹਾਈਂਡ ਦ ਚਾਈਲਡ, ਮਤਲਬ 50 ਮੀਟਰ ਤੇ ਬੱਚਾ ਖੜਾ ਹੋਇਆ ਸੀ, ਪਰ ਉਹਨੇ 10 ਮੀਟਰ ਪਹਿਲਾਂ ਹੀ ਕਾਰ ਜਿਹੜੀ ਹੈ ਰੋਕਤੀ। ਤਾਂ ਦੇਖੋ ਫਾਈਨਲ ਵੈਲੋਸਿਟੀ ਸਿੱਧੀ ਜੀ ਗੱਲ ਹੈ ਕਿੰਨੀ ਹੋਗੀ, 0 ਹੋਗੀ, ਕਿਉਂਕਿ ਕਾਰ ਕੀ ਹੈ ਸਟਾਪ ਹੋਗੀ, ਠੀਕ ਹੈ। ਕਾਰ ਹੋ ਗਈ ਸਟਾਪ। ਤਾਂ ਹੁਣ ਇਹਨੇ ਕੀ ਕਰਿਆ 10 ਮੀਟਰ ਪਿੱਛੇ ਹੀ ਕਾਰ ਨੂੰ ਰੋਕਤਾ, ਤਾਂ ਮਤਲਬ ਡਿਸਟੈਂਸ ਕਿੰਨਾ ਟਰੈਵਲ ਕਰਿਆ, ਐਸ ਕਿੰਨਾ ਟਰੈਵਲ ਕਰਿਆ 40 ਮੀਟਰ ਹੀ ਟਰੈਵਲ ਕਰਿਆ ਨਾ, ਟੋਟਲ 50 ਸੀ, ਪਰ ਰੋਕ 10 ਮੀਟਰ ਪਿੱਛੇ ਹੀ ਦਿੱਤਾ। ਤਾਂ ਡਿਸਟੈਂਸ ਸਾਡੇ ਕੋਲ ਹੈਗਾ v ਹੈ u ਹੈ, ਠੀਕ ਹੈ। ਤਾਂ ਆਪਾਂ ਕੀ ਕੈਲਕੂਲੇਟ ਕਰ ਸਕਦੇ ਹਾਂ, ਇਧਰੋਂ ਸਭ ਤੋਂ ਪਹਿਲਾਂ ਆਪਾਂ ਐਕਸਲਰੇਸ਼ਨ ਕੈਲਕੂਲੇਟ ਕਰ ਲੈਂਦੇ ਹਾਂ, ਠੀਕ ਹੈ। ਤਾਂ ਐਕਸਲਰੇਸ਼ਨ ਕੈਲਕੂਲੇਟ ਕਰਨ ਲਈ ਤੁਹਾਨੂੰ ਪਤਾ ਹੈ ਫਾਰਮੂਲਾ ਹੈ v square is equal to u square plus 2as। ਥਰਡ ਇਕੁਏਸ਼ਨ ਆਫ ਮੋਸ਼ਨ ਯੂਜ਼ ਕਰ ਰਹੀ ਹਾਂ, ਠੀਕ ਹੈ। v ਦੀ ਜਗ੍ਹਾ ਤੇ 0 ਆ ਜਾਏਗਾ, u ਦੀ ਜਗ੍ਹਾ ਤੇ 20 ਦਾ ਸਕੁਆਇਰ ਆ ਜਾਏਗਾ, ਪਲੱਸ 2 a ਆਪਾਂ ਕੈਲਕੂਲੇਟ ਕਰਨਾ ਹੈ, s ਹੈਗਾ 40, ਠੀਕ ਹੈ ਜੀ। ਇਧਰੋਂ ਦੇਖੋ ਤੁਹਾਡੀ ਐਕਸਲਰੇਸ਼ਨ ਕਿੰਨੀ ਨਿਕਲ ਆਏਗੀ, -400 ਉਧਰ ਹੋ ਜਾਏਗਾ ਅਪਨ 80। ਤਾਂ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੀ ਐਕਸਲਰੇਸ਼ਨ ਜਿਹੜੀ ਹੈ ਉਹ ਨਿਕਲ ਆਏਗੀ -5 ਮੀਟਰ ਪਰ ਸੈਕਿੰਡ ਸਕੁਆਇਰ। ਇੱਥੇ ਨੈਗੇਟਿਵ ਸਾਈਨ ਕੀ ਦਿਖਾ ਰਿਹਾ, ਨੈਗੇਟਿਵ ਸਾਈਨ ਦਿਖਾ ਰਿਹਾ ਰਿਟਾਰਡੇਸ਼ਨ, ਕਿਉਂਕਿ ਦੇਖੋ ਕਾਰ ਸਟਾਪ ਹੋ ਰਹੀ ਹੈ, ਠੀਕ ਹੈ। ਤਾਂ ਵੈਲੋਸਿਟੀ ਪਰ ਯੂਨਿਟ ਟਾਈਮ ਡਿਕਰੀਜ਼ ਹੋ ਰਹੀ ਹੈ, ਤਾਂ ਇਸ ਕਰਕੇ ਐਕਸਲਰੇਸ਼ਨ ਸਾਡੀ ਇਹਦੇ ਅੰਦਰ ਕੀ ਨਿਕਲ ਗਿਆ, ਨੈਗੇਟਿਵ ਨਿਕਲ ਗਿਆ, -5 ਮੀਟਰ ਪਰ ਸੈਕਿੰਡ ਸਕੁਆਇਰ ਨਿਕਲ ਗਿਆ। ਤਾਂ ਇਹ ਹੋ ਗਈ ਸਾਡੇ ਕੋਲ ਐਕਸਲਰੇਸ਼ਨ। ਉਸ ਤੋਂ ਬਾਅਦ ਦੇਖੋ ਹੁਣ ਆਪਾਂ ਕਾਰ ਦਾ ਫੋਰਸ ਕੱਢਣਾ ਹੈ ਕਿ ਕਿੰਨਾ ਫੋਰਸ ਲੱਗਿਆ, ਬ੍ਰੇਕਸ ਅਪਲਾਈ ਜਦੋਂ ਕਰੀਆਂ ਹੋਣਗੀਆਂ ਤਾਂ ਕਿੰਨਾ ਫੋਰਸ ਲੱਗਿਆ ਐਵਰੇਜ। ਤਾਂ ਦੇਖੋ ਫੋਰਸ ਦਾ ਤੁਹਾਨੂੰ ਫਾਰਮੂਲਾ ਪਤਾ ਹੈ, ਫੋਰਸ ਕੀ ਹੁੰਦਾ ਹੈ ਬਈ ਮਾਸ ਇਨਟੂ ਐਕਸਲਰੇਸ਼ਨ ਹੁੰਦਾ ਹੈ। ਮਾਸ ਤੁਹਾਨੂੰ ਦਿੱਤਾ ਹੋਇਆ 1000 kg, ਐਕਸਲਰੇਸ਼ਨ ਤੁਸੀਂ ਕੱਢ ਲਈ 5, ਮੈਗਨੀਟਿਊਡ ਦੇਖਾਂਗੇ ਨਾ ਇੱਥੇ, ਠੀਕ ਹੈ। ਮੈਗਨੀਟਿਊਡ ਦੇਖਾਂਗੇ ਤੇ ਕਿੰਨਾ ਹੋ ਗਿਆ ਬਈ 5000 ਨਿਊਟਨ ਦਾ ਫੋਰਸ ਲੱਗਿਆ, ਤਾਂ ਬਹੁਤ ਹੀ ਜ਼ਿਆਦਾ ਫੋਰਸ ਹੈ, ਠੀਕ ਹੈ। ਕਿਉਂਕਿ ਤੁਸੀਂ ਦੇਖੋ ਕੇਵਲ ਕੁਝ ਹੀ ਸਮੇਂ ਦੇ ਅੰਦਰ, ਠੀਕ ਹੈ, ਬਹੁਤ ਥੋੜੇ ਜਿਹੇ ਸਮੇਂ ਦੇ ਅੰਦਰ 40 ਮੀਟਰ ਡਿਸਟੈਂਸ ਟਰੈਵਲ ਕਰਿਆ, ਇੱਕਦਮ ਬੱਚਾ ਦੇਖ ਲਿਆ ਅੱਗੇ, ਠੀਕ ਹੈ। ਤਾਂ ਬਹੁਤ ਜ਼ਿਆਦਾ ਫੋਰਸ ਦੇ ਨਾਲ ਜਿਹੜਾ ਹੈ ਤੁਹਾਡੀ ਕਾਰ ਇੱਥੇ ਸਟਾਪ ਹੋਈ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਦੇਖੋ ਹੋਰ ਕੀ ਕੱਢਣਾ ਆਪਾਂ, ਟਾਈਮ ਟੇਕਨ ਟੂ ਸਟਾਪ ਦ ਕਾਰ, ਗੱਡੀ ਨੂੰ ਰੋਕਣ ਲਈ ਕਿੰਨਾ ਟਾਈਮ ਲੱਗਿਆ। ਤਾਂ ਦੇਖੋ ਤੁਹਾਨੂੰ ਪਤਾ ਹੈ ਕਿ ਜਿਹੜਾ v ਹੈ v is equal to u plus at ਹੁੰਦਾ, v 0 ਹੈ, u 20 ਹੈ, a ਜਿਹੜਾ ਹੈ -5 ਹੈ into t। ਕੱਢ ਦੋ ਇਧਰੋਂ, ਟਾਈਮ ਕਿੰਨਾ ਆਏਗਾ -20 upon -5 ਯਾਨੀ ਕਿ 4 ਸੈਕਿੰਡ। ਤਾਂ ਦੇਖੋ ਕਿੰਨੇ ਥੋੜੇ ਜਿਹੇ ਟਾਈਮ ਦੇ ਅੰਦਰ 5000 ਨਿਊਟਨ ਦਾ ਫੋਰਸ ਯੂਜ਼ ਕਰਕੇ ਕਾਰ ਨੂੰ ਸਟਾਪ ਕਰਿਆ ਗਿਆ, ਠੀਕ ਹੈ। ਤਾਂ ਬੜਾ ਬੇਸਿਕ ਜਿਹਾ ਨੂਮੈਰੀਕਲ ਸੀਗਾ, ਤੁਸੀਂ ਬਹੁਤ ਟਾਈਮ ਤੋਂ ਐਵੇਂ ਦੇ ਕੁਐਸਚਨਸ ਕਰਦੇ ਹੀ ਆ ਰਹੇ ਹੋ ਬਈ, ਮੈਨੂੰ ਦੱਸਣ ਦੀ ਲੋੜ ਵੀ ਨਹੀਂ ਹੈ, ਠੀਕ ਹੈ। ਆ ਜਾਓ ਚੱਲਦੇ ਹਾਂ ਅਗਲੇ ਕੁਐਸਚਨ ਤੇ। If a body is moving with a speed of 15 meter per second and the coefficient of friction between the ground and the body is 0.3, find the distance traveled by the body before it comes to rest। ਤਾਂ ਹੁਣ ਇਹ ਸਰਫੇਸ ਸਮੂਥ ਨਹੀਂ ਹੈ, ਠੀਕ ਹੈ। ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਸਾਨੂੰ ਦਿੱਤਾ ਹੋਇਆ ਹੈ ਕਿੰਨਾ, 0.3 ਦੇ ਬਰਾਬਰ ਤੁਹਾਨੂੰ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਦਿੱਤਾ ਹੋਇਆ ਹੈ, ਠੀਕ ਹੈ। ਸਪੀਡ ਦਿੱਤੀ ਹੈ, ਇਨੀਸ਼ੀਅਲ ਸਪੀਡ ਦੇਖੋ ਪਹਿਲਾਂ ਨੋਟ ਕਰ ਲਓ ਕਿੰਨੀ ਹੈ, ਇਨੀਸ਼ੀਅਲ ਸਪੀਡ ਹੈ 15 ਮੀਟਰ ਪਰ ਸੈਕਿੰਡ,
ठीक है। और फाइनल स्पीड ਜਿਹੜੀ ਹੈ ਉਹ ਕਿੰਨੀ ਹੋ ਰਹੀ ਹੈ, 0 ਹੋ ਰਹੀ ਹੈ, ਕਿਉਂਕਿ ਬੋਡੀ ਰੈਸਟ ਤੇ ਆ ਰਹੀ ਹੈ। ਤਾਂ v ਜਿਹੜਾ ਹੈ ਉਹ ਕਿੰਨਾ ਹੈ, 0 ਹੈ। ਉਹਦੇ ਤੋਂ ਇਲਾਵਾ ਤੁਹਾਨੂੰ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਦਿੱਤਾ ਹੈ μ। ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਨੂੰ ਤੁਹਾਨੂੰ ਪਤਾ ਆਪਾਂ μ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਤਾਂ ਇਹ ਕਿੰਨਾ ਦਿੱਤਾ ਹੈ, 0.3 ਦਿੱਤਾ ਹੋਇਆ ਹੈ। ਆਪਾਂ ਕੈਲਕੂਲੇਟ ਕੀ ਕਰਨਾ ਹੈ, ਡਿਸਟੈਂਸ ਟਰੈਵਲਡ ਬਾय द ਬੋਡੀ। ਬੋਡੀ ਨੇ ਕਿੰਨਾ ਡਿਸਟੈਂਸ ਟਰੈਵਲ ਕਰਿਆ ਰੈਸਟ ਤੇ ਆਉਣ ਤੋਂ ਪਹਿਲਾਂ, ਠੀਕ ਹੈ। ਤਾਂ ਦੇਖੋ ਬਈ, ਜੇ ਤਾਂ ਨੋਰਮਲ ਕੁਐਸਚਨ ਹੁੰਦਾ ਜਿਹਦੇ ਅੰਦਰ ਸਮੂਥ ਸਰਫੇਸ ਹੁੰਦਾ, ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਨਾ ਹੁੰਦਾ, ਤਾਂ ਆਪਾਂ ਇਕੁਏਸ਼ਨ ਆਫ ਮੋਸ਼ਨਸ ਨੂੰ ਡਾਇਰੈਕਟਲੀ ਯੂਜ਼ ਕਰ ਸਕਦੇ ਸੀ ਔਰ ਆਨਸਰ ਕੱਢ ਸਕਦੇ ਸੀ। ਪਰ ਇੱਥੇ ਇੱਕ ਫੋਰਸ ਹੋਰ ਆ ਰਹੀ ਹੈ। ਕਿਹੜੀ ਫੋਰਸ ਆ ਰਹੀ ਹੈ ਬਈ, ਫ੍ਰਿਕਸ਼ਨਲ ਫੋਰਸ ਆ ਰਹੀ ਹੈ, ਠੀਕ ਹੈ। ਤਾਂ ਜੇ ਮੈਂ ਇਹਦਾ ਇੱਕ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰਾਂ, ਤਾਂ ਇਹ ਸਾਡੇ ਕੋਲ ਬੋਡੀ ਹੈ, ਠੀਕ ਹੈ। ਉਹ ਬੋਡੀ मूव कर रही है, कुछ एक्सेलरेशन ए नाल मूव कर रही है, ठीक है। और फाइनली जिहड़ी है रेस्ट ते आ रही है। हुण तुहानूं पता है जे बॉडी दी मोशन इस डायरेक्शन च हो रही है, तो सीधी जी गल है फ्रिक्शनल फोर्स एफ आर जिहड़ा है वो इस डायरेक्शन च लग रहा होएगा। हुण जिहड़ा फ्रिक्शनल फोर्स है वो किवें आपां कैलकुलेट करदे आ बई, फ्रिक्शनल फोर्स दा फॉर्मूला याद रखना है म्यू टाइम्स नॉर्मल रिएक्शन, ठीक है। म्यू टाइम्स नॉर्मल रिएक्शन दे नाल आपां किसी भी बॉडी ਦੇ फ्रिक्शनल फोर्स कैलकुलेट कर सकते हैं। और नॉर्मल रिएक्शन की होएगा, फोर्स एक्सर्टेड बाय द फ्लोर ऑन द ब्लॉक। मतलब देखो इत्थे ਇਹਦਾ weight एक्ट कर रहा होएगा mg, ਉੱਪਰ ਨੂੰ ਇਹਦੇ ਉੱਪਰ ਇੱਕ नॉर्मल रिएक्शन लग रही होएगी n। ਤਾਂ ਉਹੀ नॉर्मल रिएक्शन ਦੀ ਇੱਥੇ ਗੱਲ ਹੋ ਰਹੀ ਹੈ, ਜਿਹੜੀ ਕਿ नॉर्मल रिएक्शन ਕਿਹਦੇ ਬਰਾਬਰ ਹੈ, mg ਦੇ ਬਰਾਬਰ ਹੈ, ਕਿਉਂਕਿ बैलेंस्ड है ना फोर्सेस, ऊपर नीचे बैलेंस्ड है, ठीक है। ਤਾਂ ਕਿੰਨਾ ਹੈ, n ਕਿਹਦੇ ਬਰਾਬਰ ਹੋ ਗਿਆ, mg ਦੇ ਬਰਾਬਰ ਹੋ ਗਿਆ। ਤਾਂ ਇਹ ਆ ਗਿਆ म्यू टाइम्स mg। ਤਾਂ ਪਾ ਦੋ ਵੈਲਿਊਜ਼, म्यू m ਜਿਹੜਾ ਹੈ ਉਹ ਸਾਨੂੰ ਇੱਥੇ ਨਹੀਂ ਦਿੱਤਾ ਹੈ, ਤਾਂ ਆਪਾਂ ਇਹਨੂੰ ਐਜ਼ ਇਟ ਇਜ਼ ਹੀ ਰੱਖ ਲੈਂਦੇ ਆ। ਅੱਛਾ, ਹੁਣ ਆਪਾਂ ਇਹਦੇ ਲਈ ਇਕੁਏਸ਼ਨ ਆਫ ਮੋਸ਼ਨ ਲਿਖਣ ਦੀ ਕੋਸ਼ਿਸ਼ ਕਰਦੇ ਆ। ਨੈਟ ਫੋਰਸ ਜਿਹੜਾ ਹੈ ਤੁਹਾਡਾ ਕਿਸ ਡਾਇਰੈਕਸ਼ਨ ਦੇ ਅੰਦਰ ਹੈ, ਇਸ ਡਾਇਰੈਕਸ਼ਨ ਦੇ ਅੰਦਰ ਹੈ, ਤਾਂ ਹੀ ਬੋਡੀ ਇੱਧਰ ਨੂੰ ਮੂਵ ਕਰ ਰਹੀ ਹੈ, ਠੀਕ ਹੈ। ਤਾਂ ਜਿਹੜਾ ma ਹੈ, ma ਬਰਾਬਰ ਕਿਹਦੇ ਹੋ ਰਿਹਾ, ਫ੍ਰਿਕਸ਼ਨਲ ਫੋਰਸ ਦੇ, ਸਮਾਲ f ਦੇ। ਤਾਂ ma ਇਜ਼ ਇਕੁਅਲ ਟੂ म्यू mg। mm कैंसल हो गया, तो इधरों a जिहड़ी है वो किन्नी निकल के आ गई, म्यू जी, ठीक है। तो वैल्यूज पा दो। म्यू की वैल्यू सानू किन्नी दित्ती हुई है क्वेश्चन के अंदर, म्यू की वैल्यू दित्ती हुई है 0.3 और जी उन्हें क्या लेना किन्ना 9.8। तो ये हो गया 0.3 इंटू 9.8। इनू सॉल्व कर लो, तुहाडे कोल एक्सेलरेशन जिहड़ी है बॉडी दी वो निकल के आ जाएगी। मैं अपने कोल सॉल्यूशंस करे हुए हैं, पर उम्मीद करदी हां कि तुसी भी ये सारे सॉल्यूशंस अपने आप करोगे। तो इनू जदों आपां मल्टीप्लाई करांगे तो साडे कोल आ जाएगा 2.94 मीटर पर सेकेंड स्क्वायर, ठीक है जी। ये साडे कोल की निकल के आ गई, एक्सेलरेशन निकल के आ गई बॉडी दी, ठीक है। और बई सीधी जी गल है, जिहड़ी ये एक्सेलरेशन है, ये एक्सेलरेशन नेगेटिव होएगी। क्यों नेगेटिव होएगी, क्योंकि रिटार्डेशन है, ठीक है। तो एक्सेलरेशन नेगेटिव है, याद रखना है। क्यों नेगेटिव है, क्योंकि रिटार्ड हो रही है बॉडी, स्पीड घट रही है। मैग्नीट्यूड सानू इस फॉर्मूला तो मिल गया, नेगेटिव साइन अपने दिमाग नाल लाया, ठीक है। नेगेटिव साइन किवें लगाया, अपने दिमाग की वरतों करके, क्योंकि रिटार्डेशन है, बॉडी स्टॉप हो रही है, तो की आएगा, नेगेटिव साइन आएगा। तो साडे कोल एक्सेलरेशन आ गई। हुण उन्हें पूछा की है क्वेश्चन के अंदर डिस्टेंस ट्रैवल्ड, तो डिस्टेंस ट्रैवल्ड आपां कढना है। ए साडे कोल है, v भी है, u भी है। केड़ी इक्वेशन ऑफ मोशन यूज करांगे, फटाफट दसो केड़ी इक्वेशन ऑफ मोशन, थर्ड इक्वेशन ऑफ मोशन यूज करांगे, ठीक है। टाइम नहीं है साडे कोल, तो उस सिचुएशन के अंदर थर्ड इक्वेशन ऑफ मोशन बेस्ट होंदी है, v स्क्वायर इज इक्वल टू u स्क्वायर प्लस 2as, ठीक है। इधरों s के बराबर हो जाएगा v स्क्वायर माइनस u स्क्वायर अपॉन 2a के बराबर हो जाएगा। इधर v जिहड़ा है 0 है, u कितना है, u सानू क्वेश्चन के अंदर आई थिंक 15 दिता होया सी, इफ आई एम नॉट रॉन्ग, बिल्कुल 15 दिता होया है, आई एम नेवर रॉन्ग, है ना। फिर एवें दा कॉन्फिडेंस होना चाहिए, पर बई ये ओवर कॉन्फिडेंस होंदा है, कॉन्फिडेंस नहीं होंदा। तो यू स्क्वायर माइनस 15 स्क्वायर 2 इंटू एक्सेलरेशन देखो कितनी है, एक्सेलरेशन माइनस 2.94 है, माइनस 2.94। तो इनू कर लो सॉल्व, ऊपर भी आ जाएगा माइनस 225 अपॉन थले कुछ आ जाएगा बई, जो भी वैल्यू आ जाएगी देख लो। जो फाइनल तुसी इनू सॉल्व करोगे तो तुहाडा जिहड़ा आंसर है वो निकल के आना चाहिए 38.26 मीटर, ठीक है जी। तो फाइनल आंसर साडे कोल निकल के आ गया, डिस्टेंस कितना ट्रैवल करया, 38.26 मीटर का डिस्टेंस ट्रैवल करया।
ठीक है। आई होप ये क्वेश्चन ਤੁਹਾਨੂੰ ਸਮਝ ਆ ਗਿਆ ਹੋਵੇਗਾ, ਬਹੁਤ ਈਜ਼ੀ ਸੀਗਾ, ਬਸ ਇਹਦੇ ਅੰਦਰ ਇੱਕ ਧਿਆਨ ਰੱਖਣਾ ਸੀ ਕਿ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਦੀ ਗੱਲ ਹੋਈ ਹੋਈ ਸੀ, ਠੀਕ ਹੈ, ਫ੍ਰਿਕਸ਼ਨ ਦੀ ਗੱਲ ਹੋਈ ਹੋਈ ਸੀ, ਤਾਂ ਉਸ ਚੀਜ਼ ਦਾ ਆਪਾਂ ਇਹਦੇ ਅੰਦਰ ਥੋੜਾ ਧਿਆਨ ਦੇਣਾ ਸੀਗਾ। ਚਲੋ ਚੱਲਦੇ ਆਂ ਬਈ ਅਗਲਾ क्वेश्चन कह रहा है block of wood of mass 5 kg placed on an inclined plane moves down the plane with a constant speed। constant speed ਦਾ मतलब ਕੀ ਹੋ ਗਿਆ ਬਈ, acceleration 0। सब तो जरूरी चीज पहला ही नोट कर लो, constant speed ਦਾ मतलब ਕੀ ਹੈ, acceleration 0 है। when the angle of inclination is 20 degree, angle of inclination देता 20 degree है, calculate the force of sliding friction between the block and the surface of the plane given the acceleration due to gravity is 9.8 meter per second square। ਤਾਂ calculate the force of sliding friction, basically frictional force ਦੀ value ਸਾਨੂੰ ਪੁੱਛ ਰਿਹਾ। ਤਾਂ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਥੋੜਾ ਡਾਇਗਰਾਮ ਜਿਹਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਹੈ ਨਾ। ਤਾਂ ਡਾਇਗਰਾਮ ਲਈ ਵੀ ਉਹਨੇ ਤੁਹਾਨੂੰ ਦਿੱਤਾ ਹੈ ਕਿ ਐਂਗਲ ਆਫ ਇਨਕਲੀਨੇਸ਼ਨ ਕਿੰਨਾ ਹੈ, 20 ਡਿਗਰੀ ਹੈ। ਤਾਂ 20 ਡਿਗਰੀ ਤੇ ਇੱਕ ਇਨਕਲਾਈਨਡ ਪਲੇਨ ਹੈ, ਇਹਦੇ ਉੱਪਰ ਇੱਕ ਬੋਡੀ ਹੈ ਜਿਹੜੀ ਮੂਵ ਕਰ ਰਹੀ ਹੈ, ਤੇ ਉਸ ਬੋਡੀ ਦੀ ਐਕਸਲਰੇਸ਼ਨ ਕਿੰਨੀ ਹੈ, 0 ਹੈ, मतलब कि ਕਾਂਸਟੈਂਟ ਵੈਲੋਸਿਟੀ v ਦੇ ਨਾਲ ਇਹ ਮੂਵ ਕਰ ਰਹੀ ਹੈ। ਠੀਕ ਹੈ ਜੀ, ਕਾਂਸਟੈਂਟ ਵੈਲੋਸਿਟੀ v ਦੇ ਨਾਲ ਇਹ ਮੂਵ ਕਰ ਰਹੀ ਹੈ। ਹੁਣ ਇਹਦੇ ਅੰਦਰ ਦੇਖੋ ਮਾਸ ਵਗੈਰਾ ਤੁਹਾਨੂੰ ਸਾਰਾ ਕੁਝ ਦਿੱਤਾ ਹੋਇਆ ਹੈ। ਫ੍ਰਿਕਸ਼ਨਲ, ਜੇ ਬੋਡੀ ਅੱਗੇ ਨੂੰ ਮੂਵ ਕਰ ਰਹੀ ਹੈ ਤਾਂ ਫ੍ਰਿਕਸ਼ਨਲ ਫੋਰਸ ਪਿੱਛੇ ਨੂੰ ਹੋਏਗਾ, ਠੀਕ ਹੈ, ਫ੍ਰਿਕਸ਼ਨਲ ਫੋਰਸ ਜਿਹੜਾ ਹੈ ਉਹ ਪਿੱਛੇ ਨੂੰ ਲੱਗ ਰਿਹਾ ਹੋਏਗਾ। ਹੁਣ ਇਸ ਬੋਡੀ ਦਾ ਜੇ ਆਪਾਂ ਫ੍ਰੀ ਬੋਡੀ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਦੇਖੋ ਸੈਂਟਰ ਵੱਲ ਨੂੰ ਇੱਕ ਫੋਰਸ mg ਲੱਗ ਰਿਹਾ ਹੋਏਗਾ, ਸੈਂਟਰ ਵੱਲ ਨੂੰ ਇੱਕ ਫੋਰਸ ਜਿਹੜਾ ਹੈ ਉਹ mg ਲੱਗ ਰਿਹਾ ਹੋਏਗਾ। ਉਸ ਤੋਂ ਬਾਅਦ ਜਿਹੜਾ ਇਹ ਐਂਗਲ ਹੈ ਇਹ ਵੀ 20 ਡਿਗਰੀ ਹੋਏਗਾ। ਹੁਣ ਤੁਸੀਂ ਕਹੋਗੇ ਮੈਮ ਤੁਸੀਂ ਕਿਵੇਂ ਕਹਤਾ ਵੀ ਇਹ 20 ਡਿਗਰੀ ਹੈ, ਤਾਂ ਬਈ ਇੱਕ ਮੈਥਸ ਦੀ ਥਿਓਰਮ ਹੁੰਦੀ ਹੈ, ਸਿੰਪਲ ਜੀ ਥਿਓਰਮ ਹੈ ਕਿ ਜਿਹੜਾ ਦੋ ਲਾਈਨਸ ਜਿਹੜੀਆਂ ਆਪਸ ਚ ਪਰਪੈਂਡੀਕੂਲਰ ਹੋਣ, ਠੀਕ ਹੈ, ਦੋ ਲਾਈਨਸ ਦੇ ਵਿੱਚ ਮੰਨ ਲਓ ਕੋਈ ਵੀ ਐਂਗਲ ਹੈ ਤੇ ਉਹਨਾਂ ਦੇ ਪਰਪੈਂਡੀਕੂਲਰ ਦੇ ਵਿੱਚ ਵੀ ਉਹੀ ਐਂਗਲ ਹੋਏਗਾ। ਕੀ ਮਤਲਬ ਕਹਿਣ ਦਾ, ਦੇਖੋ ਇੱਥੇ ਇਹ ਵਾਲੀ ਲਾਈਨ ਔਰ ਇਹ ਵਾਲੀ ਲਾਈਨ ਦੇ ਵਿੱਚ ਦਾ ਐਂਗਲ ਕਿੰਨਾ ਹੈ, 20 ਡਿਗਰੀ ਹੈ। ਤਾਂ ਇਹਨਾਂ ਦੇ ਪਰਪੈਂਡੀਕੂਲਰਸ, ਇਹਨਾਂ ਦੇ ਉੱਪਰ ਜੇ ਆਪਾਂ ਪਰਪੈਂਡੀਕੂਲਰ ਬਣਾ ਲਈਏ ਉਹਨਾਂ ਦੇ ਵਿੱਚ ਦਾ ਐਂਗਲ ਵੀ 20 ਡਿਗਰੀ ਹੀ ਹੋਏਗਾ। ਤਾਂ ਦੇਖੋ ਇਸ ਲਾਈਨ ਦੇ ਪਰਪੈਂਡੀਕੂਲਰ ਆ ਵਾਲੀ ਲਾਈਨ ਜਿਹੜੀ ਮੈਂ ਡਾਟਡ ਡਰਾ ਕਰੀ ਹੈ, ਔਰ ਇਸ ਲਾਈਨ ਦੇ ਪਰਪੈਂਡੀਕੂਲਰ ਆ ਵਾਲੀ ਲਾਈਨ, ਇਹਨਾਂ ਦੇ ਵਿੱਚ ਦਾ ਐਂਗਲ ਵੀ ਕੀ ਹੋਏਗਾ, 20 ਡਿਗਰੀ ਹੋਏਗਾ। ਹੁਣ ਤੁਹਾਨੂੰ ਪਤਾ ਆਪਾਂ ਕੋਈ ਵੀ ਫੋਰਸ ਹੈ ਉਹਨੂੰ ਆਪਾਂ ਬ੍ਰੇਕ ਕਰ ਸਕਦੇ ਹਾਂ ਅਲੋਂਗ ਟੂ ਕੰਪੋਨੈਂਟਸ, ਕੋਈ ਵੀ ਵੈਕਟਰ ਕੁਆਂਟੀਟੀ ਹੈ ਉਹਨੂੰ ਬ੍ਰੇਕ ਕਰ ਸਕਦੇ ਹਾਂ। ਤਾਂ ਦੇਖੋ ਇੱਥੇ ਜਦੋਂ ਇਹਨੂੰ ਬ੍ਰੇਕ ਕਰਾਂਗੇ ਤਾਂ ਇਹ ਵਾਲਾ ਕੰਪੋਨੈਂਟ ਹੋ ਜਾਏਗਾ mg cos 20, ठीक है जी। ये वाला ਜਿਹੜਾ ਕੰਪੋਨੈਂਟ ਹੈ ਉਹ ਕਿੰਨਾ ਹੋ ਜਾਏਗਾ, mg cos 20 ਹੋ ਜਾਏਗਾ, ਔਰ ਇਹ ਵਾਲਾ ਕੰਪੋਨੈਂਟ ਕਿੰਨਾ ਹੋ ਜਾਏਗਾ, mg sin 20, ठीक है जी। ਇਹ ਵਾਲਾ ਕੰਪੋਨੈਂਟ ਕਿੰਨਾ ਹੋ ਜਾਏਗਾ, mg sin 20, ਔਰ ਇਹ ਤੁਹਾਡਾ mg ਹੈ, ਇੱਧਰ ਵੱਲ ਨੂੰ ਕੀ ਲੱਗ ਰਿਹਾ ਹੋਏਗਾ, ਨਾਰਮਲ ਰਿਐਕਸ਼ਨ ਲੱਗ ਰਿਹਾ ਹੋਏਗਾ, ठीक है, क्योंकि कांस्टेंट वेलोसिटी है, मतलब एक्सेलरेशन की है 0 है, ठीक है, एक्सेलरेशन 0 है तो सारे फोर्सेस बैलेंस्ड होंगे। तो हॉरिजॉन्टल फोर्सेस ਨੂੰ बैलेंस कर दो और वर्टिकल फोर्सेस ਨੂੰ बैलेंस कर ਦਾਂਗੇ, ठीक है। ਉਹਦੇ ਨਾਲ ਸਾਡੇ ਕੋਲ ਦੋ ਚੀਜ਼ਾਂ ਨਿਕਲ ਆਏਗੀਆਂ। ਜਦੋਂ ਆਪਾਂ वर्टिकल फोर्सेस ਨੂੰ बैलेंस ਕਰਦੇ ਹਾਂ ਤਾਂ ਸਭ ਤੋਂ ਪਹਿਲੀ ਚੀਜ਼ ਸਾਡੇ ਕੋਲ ਆਉਂਦੀ ਹੈ ਕਿ ਨਾਰਮਲ ਰਿਐਕਸ਼ਨ ਬਰਾਬਰ ਹੋ ਗਿਆ mg cos 20 ਦੇ, ठीक है, नॉर्मल रिएक्शन बराबर हो गया किदे, mg cos 20 ਦੇ। और ਜਦੋਂ ਆਪਾਂ हॉरिजॉन्टल फोर्सेस ਨੂੰ बैलेंस ਕਰਦੇ ਹਾਂ ਤਾਂ ਜਿਹੜਾ फ्रिक्शनल फोर्स है वो बराबर हो गया किदे, mg sin 20 ਦੇ, mg sin 20 ਦੇ बराबर हो गया। ਤਾਂ ਬਈ ਕੱਢ ਲਓ ਇਧਰੋਂ, ਸਿੰਪਲ ਜੀ ਗੱਲ ਹੈ। ਤੁਹਾਨੂੰ ਕੀ ਪੁੱਛਿਆ ਹੋਇਆ ਉਹਨੇ, ਕੈਲਕੂਲੇਟ ਦਾ ਫੋਰਸ ਆਫ ਸਲਾਈਡਿੰਗ ਫ੍ਰਿਕਸ਼ਨ, ਸਲਾਈਡਿੰਗ ਫ੍ਰਿਕਸ਼ਨਲ ਫੋਰਸ ਆਪਾਂ ਕੈਲਕੂਲੇਟ ਕਰਨਾ। ਤਾਂ ਬੇਸਿਕਲੀ fr ਦੀ ਵੈਲਿਊ ਆਪਾਂ ਕੈਲਕੂਲੇਟ ਕਰਨੀ ਹੈ। ਤਾਂ ਇਹਦੇ ਅੰਦਰ ਬਾਕੀ ਚੀਜ਼ਾਂ ਸਾਨੂੰ ਦਿੱਤੀਆਂ ਹੋਈਆਂ, ਮਾਸ ਵੀ ਦੇਖੋ ਬੋਡੀ ਦਾ ਦਿੱਤਾ ਹੋਇਆ ਕਿੰਨਾ, 5 kg। ਤਾਂ m ਦੀ ਜਗ੍ਹਾ ਤੇ ਰੱਖ ਦਿਓ 5 kg, g ਦੀ ਜਗ੍ਹਾ ਤੇ 9.8, ਔਰ sin 20 ਦੀ ਵੈਲਿਊ ਤੁਹਾਨੂੰ ਕੈਲਕੂਲੇਟਰ ਤੇ ਚੈੱਕ ਕਰਨੀ ਪੈਣੀ ਕਿਉਂਕਿ ਐਦਾਂ ਨਹੀਂ ਕੈਲਕੂਲੇਟ ਹੁੰਦੀ, ਠੀਕ ਹੈ। sin 20 ਦੀ ਵੈਲਿਊ ਤੁਹਾਨੂੰ ਚੈੱਕ ਕਰਨੀ ਪੈਣੀ ਹੈ। ਜਦੋਂ ਤੁਸੀਂ ਇਹ ਸਾਰੀਆਂ ਵੈਲਿਊਜ਼ ਪਾਓਗੇ ਬਈ ਤਾਂ ਤੁਹਾਡੇ ਕੋਲ ਜਿਹੜਾ ਹੈ, ਸਭ ਤੋਂ ਪਹਿਲਾਂ ਤਾਂ sin 20 ਦੇਖੋਗੇ ਤਾਂ ਉਹ ਤੁਹਾਡਾ ਨਿਕਲ ਕੇ ਆਏਗਾ 0.342, ਤੇ ਜਦੋਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਜਿਹੜਾ ਫ੍ਰਿਕਸ਼ਨਲ ਫੋਰਸ ਹੈ ਉਹਦੀ ਵੈਲਿਊ ਨਿਕਲ ਕੇ ਆ ਜਾਏਗੀ 16.758 ਨਿਊਟਨ, ਠੀਕ ਹੈ ਜੀ। ਇਹ ਆ ਗਿਆ ਸਾਡੇ ਕੋਲ ਫ੍ਰਿਕਸ਼ਨਲ ਫੋਰਸ। आई होप ये क्वेश्चन ਤੁਹਾਨੂੰ क्लियर होएगा। फ्री बॉडी डायग्राम बनाओ तो सब कुछ ईजी है। ਇਹਦੇ ਅੰਦਰ ਧਿਆਨ ਇਹ ਰੱਖਣਾ ਸੀ ਕਿ एक्सेलरेशन 0 है तो ma इज इक्वल टू एवें ਦੀ इक्वेशन नहीं बनेगी क्योंकि एक्सेलरेशन की है 0 है सिस्टम की, ठीक है जी। चलो
ਚੱਲਦੇ ਹਾਂ ਨੈਕਸਟ ਕੁਐਸਚਨ ਤੇ। क्वेश्चन कह रहे हैं टू ब्लॉक्स आर कनेक्टेड ओवर अ मासलेस पुली एज शोन। ठीक है, ये डायग्राम ਤੁਹਾਨੂੰ ਦਿੱਤਾ ਹੋਇਆ ਹੈ ਕਿ ਹੈ ਕਿ ਦੋ ਬਲੌਕਸ ਕਨੈਕਟਡ ਹੈ ਇੱਕ ਮਾਸਲੈਸ ਪੁਲੀ ਦੇ ਉੱਪਰ। द मास ऑफ द ब्लॉक 1 इज 10 kg। ओके, ਇਹਦਾ 10 kg मास है एंड कोफिशिएंट ऑफ काइनेटिक फ्रिक्शन इज 0.2, मतलब कि स्मूथ सरफेस का नहीं है। ठीक है, कोफिशिएंट ऑफ काइनेटिक फ्रिक्शन सानू देता। ब्लॉक ए स्लाइड्स डाउन द इंक्लाइन एट कॉन्स्टेंट स्पीड। ब्लॉक ए जिहड़ा है वो कह रहा है कि भाई कॉन्स्टेंट स्पीड ते जिहड़ा है इंक्लाइन डाउन कर रहा है एट अ कॉन्स्टेंट स्पीड। फाइंड द मास ऑफ ब्लॉक 2। आपां इस ब्लॉक का की कढना है, मास कढना है। तो भाई एक साफ साफ जिहा डायग्राम बना लैंदे आ अपने कोल। तो एवें साडे कोल एक पुली है, इत्थे एक मास है m1 और इधरों हैंग कर रहे एक मास m2। ठीक है, और कह रहे हैं कि वन द मास 10 kg है। ब्लॉक ए स्लाइड्स डाउन द इंक्लाइन। ये जिहड़ा है इंक्लाइन तो स्लाइड डाउन कर रहे, मतलब कि एक्सेलरेशन नेट इधर वाल नूं है। ठीक है, और ਇਹਦੀ एक्सेलरेशन किधर ਨੂੰ ਹੋਏਗੀ, ਉੱਪਰ ਵੱਲ ਨੂੰ ਹੋਏਗੀ। ਫਿਰ और सेम क्यों ਲਈ, क्योंकि स्ट्रिंग सेम है, स्ट्रिंग अजे चेंज नहीं हुई तो पूरे सिस्टम की एक्सेलरेशन की होएगी, सेम होएगी। ठीक है, तो नैट एक्सेलरेशन तुहाडी इधर वाल नूं है। तो यार देखो एक चीज़ तो इधरों क्लीयर होंदी है, जे तुहाडे कोल इस क्वेश्चन च ऑप्शन होंदे तो एक चीज़ तो क्लीयर सी कि जिहड़ा m2 निकल के आना सी वो 10 किलो तो घट आना सी। ठीक है, 10 kg तो घट आना सी, तां ही जिहड़ा है नैट तुहाडे कोल सिस्टम की एक्सेलरेशन इधर वाल नूं आ रही है। ठीक है, चलो हुण आपां दोनां दे लई की करांगे, उही चीज़ करनी है बई, फ्री बॉडी डायग्राम बनाने हैं दोनां दे। तो ਇਹਦਾ देखो सब तो सिंपल है, ਇਹਦਾ ਤਾਂ ਲਈ ਬਈ m2g ਥੱਲੇ ਵੱਲ ਨੂੰ ਐਕਟ ਕਰੇਗਾ। ਇੱਕ ਟੈਂਸ਼ਨ ਫੋਰਸ, ਤੁਹਾਨੂੰ ਪਤਾ ਹੈ ਸਟ੍ਰਿੰਗ ਦੇ ਅੰਦਰ ਕਿਹੜਾ ਫੋਰਸ ਹੁੰਦਾ ਹੈ, ਟੈਂਸ਼ਨ ਫੋਰਸ ਲੱਗਦਾ ਹੈ ਅਵੇ ਫਰੋਮ ਦ ਬੋਡੀ। ਠੀਕ ਹੈ, ਤਾਂ ਇੱਕ ਟੈਂਸ਼ਨ ਫੋਰਸ ਉੱਪਰ ਵੱਲ ਨੂੰ ਐਕਟ ਕਰ ਰਹੀ ਹੈ। ਇਹਦੀ ਜੇ ਗੱਲ ਕਰੀਏ ਤਾਂ ਦੇਖੋ ਟੈਂਸ਼ਨ ਫੋਰਸ ਇੱਧਰ ਵੱਲ ਨੂੰ ਐਕਟ ਕਰੇਗੀ, ਅਵੇ ਫਰੋਮ ਦ ਬੋਡੀ ਐਕਟ ਕਰੇਗੀ। ਇਹਦਾ weight ਥੱਲੇ ਵੱਲ ਨੂੰ ਐਕਟ ਕਰੇਗਾ m1g। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਇਹਨੂੰ ਕੰਪੋਨੈਂਟਸ 'ਚ ਬ੍ਰੇਕ ਕਰੀਏ, ਜੇ ਇਹ ਐਂਗਲ ਥੀਟਾ ਹੈ, ਠੀਕ ਹੈ, ਤਾਂ ਇਹ ਹੋ ਜਾਏਗਾ m1g cos थीटा, और यह वाला कंपोनेंट हो जाएगा m1g sin थीटा। ठीक है, आई होप ये अंदर किसी को कोई डाउट नहीं होएगा। और इधर वाल नूं एक्ट कर रहा होएगा नॉर्मल रिएक्शन। ठीक है जी, ये अंदर किसी को कोई भी जिहड़ा है डाउट नहीं रहना चाहिए। चलो जी हुण चलदे हां अगे नूं। एक बार क्वेश्चन नूं ध्यान नाल देख लो। Two blocks are connected over a massless pulley, incline at a constant speed। So sorry यार, एक गलती होगी मेरे तो। ठीक है, की गलती होगी, साफ साफ लिखा है constant speed है, तो एक्सेलरेशन नहीं है, सिस्टम की कोई एक्सेलरेशन नहीं है, कांस्टेंट स्पीड है। ठीक है, कांस्टेंट स्पीड जो मैं पिछले क्वेश्चन च थी, तो एक्सेलरेशन कितनी है, 0 है, एक्सेलरेशन 0 है। तो भाई बड़ा आसान हो गया, हॉरिजॉन्टल फोर्सेस बैलेंस कर दो, वर्टिकल फोर्सेस बैलेंस कर दो, तुहाडे कोल जिहड़ी चीज़ तुहानूं चाहिदी है वो निकल आएगी। ठीक है, तो देखो भाई इत्थे बैलेंस करांगे जो फॉर m2, तो m2 तो शुरू करते हैं। फॉर m2 तो जिहड़ा t है वो बराबर हो जाएगा किहदे, m2g दे। ठीक है, टेंशन फोर्स किहदे बराबर आ गया, m2g दे बराबर आ गया। हुण इक्वेशन लिखो फॉर m1। m1 दे लई दो इक्वेशन बननगियां। हॉरिजॉन्टल फोर्सेस नूं पहलां बैलेंस कर दो, तो जिहड़ी टेंशन फोर्स है वो निकल के आ गई किदे, m1g sin थीटा के बराबर। ठीक है, और जिहड़ी नॉर्मल रिएक्शन है जदों आपां वर्टिकल फोर्सेस नूं बैलेंस करिया तो नॉर्मल रिएक्शन निकल के आ गई किदे बराबर, m1g cos थीटा दे। ये साडे कोल की बन गया, इक्वेशंस बन गया। हुण देख लो बई क्वेश्चन दे अंदर की चीज़ पूछी हुई है। क्वेश्चन दे अंदर आपां कैलकुलेट करना है कि, क्वेश्चन दे अंदर आपां कैलकुलेट करना है मास ऑफ ब्लॉक 2। तो बेसिकली सानू वैल्यू पूछी हुई है कि m2 दी। ठीक है, m2 की वैल्यू सानू इहदे अंदर पूछी हुई है। तो बई देखो हुण इहनूं आपां क्वेश्चन नूं किवें कर सकदे हां। इस क्वेश्चन नूं करन लई देखो एक चीज़ होर मिस आउट हो गई है ना, गड़बड़ ते गड़बड़ हुई जा रही है ना। कई बार एवें हुंदा ना भी गड़बड़ होनी शुरू होवे, हुंदी रहिंदी है। ਇਹਦੇ ਅੰਦਰ ਵੀ फ्रिक्शन भी तो है, तुसीं भी तो नहीं याद करांदे, फ्रिक्शनल फोर्स भी तो है, 0.2 कोफिशिएंट ऑफ फ्रिक्शन दिता होया है। तो जे सिस्टम इधर नूं आ रहा है तो फ्रिक्शनल फोर्स इधर नूं भी तो लग रही है एक। ठीक है, तो जो आपां ये वाले हॉरिजॉन्टल फोर्सेस नूं बैलेंस करांगे फॉर m2, तो इत्थे एक प्लस फ्रिक्शनल फोर्स भी आएगी। ठीक है,
प्लस एक फ्रिक्शनल फोर्स भी आएगी, ठीक है। वो थोड़ा जिहा रह गया सी बई, ध्यान नाल देखो। हुण इत्थे सब तो पहला तां तुसीं टी दी वैल्यू पा दो, ठीक है। टी दी वैल्यू पा दो, फ्रिक्शनल फोर्स जिहड़ा है, और फ्रिक्शनल फोर्स भी तुहानूं पता है किहदे बराबर हुंदा है, म्यू इंटू नॉर्मल रिएक्शन। पहला फ्रिक्शनल फोर्स देख लैंदे आ, नॉर्मल रिएक्शन की है m1g cos थीटा, दा फ्रिक्शनल फोर्स हो गया किहदे बराबर, म्यू m1g cos थीटा, ठीक है। फ्रिक्शनल फोर्स दी वैल्यू और टी दी वैल्यू दोनों इस इक्वेशन दे अंदर पा दो, ठीक है। तो साडे कोल की बन जाएगा, म्यू m1g cos थीटा प्लस टेंशन फोर्स कितना सीगा, m2g इज इक्वल टू किहदे बराबर है, बराबर है m1g sin थीटा दे, ठीक है जी। ये इक्वेशन साडे कोल बन गई। आई होप इस इक्वेशन दे अंदर किसी नूं कोई भी डाउट नहीं है। हुण इस तो अगे देखो की बनेगा, इस तो अगे की बनेगा भी, वैल्यूज पा दो। वैल्यूज हुण इस तो बाद तां वैल्यूज ही पाणियां पैणगीਆਂ, बाकी सारियां वैल्यूज सानूं दित्तियां होईयां। देखो जी जी कैंसल हो सकदा है, म्यू m1 cos थीटा प्लस m2 बराबर किहदे हो गया, m1 sin थीटा, ठीक है। इन्नी गल समझ आंदी है। जी जी कैंसल करता सारियां दे अंदरों, तां इधरों जिहड़ा साडे कोल m2 है वो निकले आएगा m1 sin थीटा माइनस म्यू m1 cos थीटा। थीटा देखो तुहानूं क्वेश्चन च दिता होया है, थीटा कितना दिता होया है, 30 डिग्री। थीटा दी वैल्यू पा दो, बाकी सब चीज़ां भी दित्तियां होईयां। म्यू दिता होया 0.2, m1 दिता होया 10 इंटू साइन 30 माइनस 0.2 इंटू m1 कितना आ गया 10 इंटू कॉस 30, पा दो बाकी वैल्यूज। ये कितना हो गया, साइन 30 हाफ हो गया था बाई 2 माइनस 0.2 इंटू 10 कॉस 30 √3/2 हो गया, ठीक है जी। हुण ये सारे नूं सॉल्व कर दो, ये कितना हो गया 5 माइनस इत्थे आ गया 10, 10 नाल 10 गया, 2 नाल 2 गया, कितना बचदा है √3। ਤਾਂ √3 ਦੀ ਵੈਲਿਊ ਤੁਹਾਨੂੰ ਪਤਾ ਹੈ 1.732 ਹੁੰਦੀ ਹੈ ਅਪਰੋਕਸੀਮੇਟਲੀ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਜਿਹੜਾ ਆਨਸਰ ਹੈ ਉਹ ਨਿਕਲ ਕੇ ਆ ਜਾਏਗਾ ਅਰਾਊਂਡ 3.268 kg, ਠੀਕ ਹੈ ਜੀ। ਤਾਂ m1 ਦਾ ਮਾਸ ਕਿੰਨਾ ਹੋ ਗਿਆ 3.268 kg। ਦੇਖੋ ਕਿੰਨਾ ਈਜ਼ੀ ਕੁਐਸਚਨ ਸੀ, ਥੋੜੀ ਜਿਹੀ ਗੜਬੜ ਇਹਦੇ ਅੰਦਰ ਹੋ ਗਈ ਸੀ, ਉਹਦਾ ਆਪਾਂ ਧਿਆਨ ਰੱਖ ਲਿਆ ਸਹੀ ਟਾਈਮ ਤੇ, ਹੈ ਨਾ। ਇਸ ਤੋਂ ਪਹਿਲਾਂ ਕਿ ਪੂਰਾ ਆਪਣੀ ਮਿਹਨਤ ਖਰਾਬ ਹੁੰਦੀ, ਟਾਈਮ ਖਰਾਬ ਹੁੰਦਾ, ਉਹਦੇ ਤੋਂ ਪਹਿਲਾਂ ਹੀ ਆਪਾਂ ਦੇਖ ਲਿਆ ਸੀਗਾ। ਚਲੋ चलते हैं जी नेक्स्ट क्वेश्चन पे। क्वेश्चन कह रहा है 3 blocks of same mass m is equal to 1 kg each connected by cords are pulled by force F on a smooth horizontal surface as shown. Find the tensions T1 and T2 and the force F if the acceleration is 10 meter per second square. ਤਾਂ acceleration वाला system है, हुण constant velocity नहीं है, ठीक है। तीन तुहाडे कोल blocks हैं, ਜਿਹੜਾ ਇਹ ਵਾਲਾ ਬਲੌਕ ਹੈ ਇਹਨੂੰ ਫੋਰਸ F ਦੇ ਨਾਲ ਪੁੱਲ ਕਰਿਆ ਜਾ ਰਿਹਾ ਹੈ। ਦੋ ਸਟ੍ਰਿੰਗਸ ਹੋ ਗਈਆਂ ਤਾਂ ਵੱਖਰੀਆਂ ਵੱਖਰੀਆਂ ਟੈਂਸ਼ਨਸ ਹੋਣਗੀਆਂ, ਕਿਉਂਕਿ ਸਟ੍ਰਿੰਗਸ ਕੀ ਹੈ ਵੱਖਰੀਆਂ ਵੱਖਰੀਆਂ ਹੋਣ, ਠੀਕ ਹੈ। ਸੇਮ ਸਟ੍ਰਿੰਗ ਨਹੀਂ ਹੈ, ਵੱਖਰੀ ਵੱਖਰੀ ਸਟ੍ਰਿੰਗ ਹੈ, ਤਾਂ ਟੈਂਸ਼ਨਸ ਜਿਹੜੀਆਂ ਹੈ ਉਹ ਕੀ ਹੋਣਗੀਆਂ, ਡਿਫਰੈਂਟ ਹੋਣਗੀਆਂ, ਔਰ ਮਾਸਸ ਸਾਰਿਆਂ ਦੇ ਜਿਹੜੇ ਹੈ ਉਹ ਦਿੱਤੇ ਹੋਏ ਹੈ। ਤਾਂ ਬਈ ਆਜੋ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। सरफेस स्मूथ है या नहीं, हॉरिजॉन्टल स्मूथ है ना, स्मूथ हॉरिजॉन्टल सरफेस का फ्रिक्शनल फोर्स नहीं होएगा, सानू कोफिशिएंट ऑफ फ्रिक्शन जिहड़ा है वो 0 दिता होया है, और फोर्स F दे इधर नू लग रहा है, ठीक है। आ वाली टेंशन जिहड़ी है वो T2 है एंड दिस टेंशन इज T1। हुण आपां की करांगे, सब तो पहला आपां सारे ब्लॉक्स का फ्री बॉडी डायग्राम बनावांगे। इनू नाम 1 दे लैंदे, इनू 2 दे लैंदे, इनू 3 ले लैंदे। तो सब तो पहला आपां फॉर 1 सॉल्व करते हैं, फॉर ब्लॉक 1 सारी कैलकुलेशन करते हैं, इक्वेशन बनाते हैं, फ्री बॉडी डायग्राम बनाते हैं, ठीक है। तो जिहड़ा 1 है बई ਉਹਦੇ ਉੱਪਰ देखो एक तो फोर्स F लग रहा है, एक एक्सेलरेशन है सिस्टम की कितनी 10 मीटर पर सेकंड स्क्वायर के बराबर दी हुई है सानू क्वेश्चन के अंदर, और T2 इधर नू भी एक टेंशन भी तो लग रही होगी ना, जे इधर नू देखो T2 लग रही है तो इधर नू भी T2 लग रही होगी टेंशन, ठीक है। तो एक टेंशन इधर नू लग रही है बई, नीचे तुहाडा इहदा mg एक्ट कर रहा है, ऊपर की एक्ट कर रहा है नॉर्मल रिएक्शन एक्ट कर रहा है, ये होगी फ्री बॉडी डायग्राम।
वर्टिकल फोर्सेस ਦਾ ਬੈਲੈਂਸਡ ਹੈ, ਹੌਰੀਜ਼ੌਂਟਲ ਫੋਰਸਿਸ ਲਈ ਸਾਨੂੰ ਨੈਟ ਐਕਸਲਰੇਸ਼ਨ ਮਿਲ ਰਹੀ ਹੈ, ਤਾਂ ਜਿਹੜਾ ਹੈ ਇਕੁਏਸ਼ਨ ਕੀ ਹੋ ਜਾਏਗੀ ma ਬਰਾਬਰ f ਮਾਈਨਸ t2। ठीक है, यही हो जाएगी ma बराबर f माइनस t2। उस तो बाद आ जाओ बई सेकंड ब्लॉक ਲਈ देख लो हुन, फॉर ब्लॉक 2 सेकंड ब्लॉक ਲਈ देखते हैं हुन। सेकंड ब्लॉक ਦੇ ਵਿੱਚ ਦੇਖੋ ਧਿਆਨ ਨਾਲ ਬਈ, ਇੱਕ ਤਾਂ mg ਲੱਗ ਰਹੀ ਹੈ ਥੱਲੇ ਨੂੰ, ਇੱਕ ਨਾਰਮਲ ਰਿਐਕਸ਼ਨ ਉੱਪਰ ਨੂੰ ਹੈ, ਇੱਧਰ ਨੂੰ ਦੇਖੋ t2 ਲੱਗ ਰਹੀ ਹੈ ਔਰ ਉਧਰ ਨੂੰ t1 ਵੀ ਤਾਂ ਲੱਗ ਰਹੀ ਹੈ ਨਾ ਅਵੇ, ਤਾਂ ਇੱਧਰ ਨੂੰ ਕੀ ਲੱਗ ਰਹੀ ਹੈ t1 ਲੱਗ ਰਹੀ ਹੈ, और नेट एक्सेलरेशन है सिस्टम ਦੀ 10। ठीक है, ਤਾਂ ਇਕੁਏਸ਼ਨ ਕੀ ਬਣ ਜਾਏਗੀ ma इज इक्वल टू t2 माइनस t1। देखो जिधर ਵੱਲ ਨੂੰ एक्सेलरेशन ਹੋਏਗੀ ਉਹੀ ਵਾਲਾ ਫੋਰਸ ਵੱਡਾ ਹੋਏਗਾ, ਤਾਂ ਉਹਨੂੰ ਹੀ ਪਹਿਲਾਂ ਲਿਖਾਂਗੇ ਮਾਈਨਸ ਦੀ ਸਮਾਲਰ ਵਨ। ਤਾਂ ਇਹ ਹੋ ਗਿਆ ਸੈਕੰਡ। ਉਸ ਤੋਂ ਬਾਅਦ ਦੇਖੋ ਬਲੌਕ 3 ਲਈ, ਬਲੌਕ 3 ਵੀ ਇੱਧਰ ਹੀ ਬਣਾ ਲੈਂਦੇ ਆ। ਬਲੌਕ 3 ਦਾ ਫ੍ਰੀ ਬॉडी डायग्राम देखो, ਇਹ ਹੋ ਗਿਆ 3 ਬਲੌਕ। इधर देखो ਇਹਦੀ टेंशन लग रही है T1, ठीक है, टेंशन ही लग रही है, और तो कुछ नहीं लग रहा। और इधर ਨੂੰ है mg, इधर है नॉर्मल रिएक्शन। ਤਾਂ देखो ਇਹਦੇ ਅੰਦਰ ਜਿਹੜਾ एक्सेलरेशन है नेट एक्सेलरेशन 10 आ रही है, ਤਾਂ यानी कि ma बराबर आ गया किदे ma बराबर T1 ਦੇ। ਤਾਂ ਇਹ देखो सब तो सिंपल इक्वेशन है, इधरों ਤੁਹਾਡਾ T1 ਦੀ वैल्यू निकल के आ रही है। ma ਤੁਹਾਨੂੰ पता है m ਸਾਰਿਆਂ ਦਾ ਹੀ 1 kg है और एक्सेलरेशन 10 है, यानी कि T1 कितना आ गया 10 न्यूटन आ गए। हुण इस T1 की वैल्यू इहदे अंदर पुट कर दो, ठीक है, इस T1 की वैल्यू सेकंड इक्वेशन के अंदर पुट कर दो। तो चलो बई सेकंड इक्वेशन के अंदर जो पुट करांगे तो ma की जगह 1 आ गया इंटू 10, T2 माइनस T1 की जगह 10 आ गया, तो T2 कितना आ गया बई 10 प्लस 10 यानी कि 20 न्यूटन। T1 T2 कट लिया, फोर्स भी कैलकुलेट करना है तो फर्स्ट इक्वेशन के अंदर पुट कर दो, ma दी जगह ते आ गया 1 इंटू 10 इज इक्वल टू f माइनस T2, ता फोर्स आ गया f माइनस T2 कितना है 20। ठीक है, तो इधरों फोर्स कितना निकले आया 10 प्लस 20 जो कि हो गया 30 न्यूटन। तो देखो कितना ईजी क्वेश्चन सीगा यार, देखो एवें एवें दे क्वेश्चन आते एग्जाम च, ये तो भी सौखे, ये तो भी सौखे, यकीन मनो। ठीक है, बिलीव करो जे मैं कह रही हाँ तो कोई एनालिसिस करके ही कह रही हाँ, ਇਹਦੇ ਤੋਂ ਵੀ ਸੌਖੇ ਕੁਐਸਚਨ ਆਉਂਦੇ ਆ। ਜੇ ਤੁਹਾਨੂੰ ਜੇ ਤੁਸੀਂ ਇਹਨਾਂ ਲੈਵਲ ਤੱਕ ਦੇ ਕੁਐਸਚਨਸ ਕਰ ਲਏ ਤਾਂ ਬਈ ਐਗਜ਼ਾਮ ਵਾਲੇ ਕੁਐਸਚਨ ਤੁਹਾਨੂੰ ਕੁਝ ਵੀ ਨਹੀਂ ਲੱਗਣੇ। ਠੀਕ ਹੈ, ਔਰ ਆਪਾਂ ਸਿਰਫ ਕੱਲਾ ਮਾਸਟਰ ਕਾਡਰ ਨਹੀਂ ਸੋਚ ਕੇ ਚੱਲ ਰਹੇ, ਆਪਾਂ ਇਹ ਸੋਚ ਕੇ ਚੱਲ ਰਹੇ ਹਾਂ ਦੇਖੋ ਜੇ ਤੁਸੀਂ ਅਨਮੈਰਿਡ ਹੋ ਕੁਝ ਹੋ ਬਈ ਤੁਹਾਡੇ ਲਈ ਤਾਂ ਬਹੁਤ ਆਪਸ਼ਨਸ ਖੁੱਲੀਆਂ ਹੈ ਨਾ, ਕਈ ਆਪਸ਼ਨਸ ਤਾਂ ਦੇਖੋ ਸਾਰਿਆਂ ਲਈ ਖੁੱਲੀਆਂ। ਤਾਂ ਸਾਡੇ ਸਮਾਜ ਦੀ ਸੋਚ ਹੈ ਵੀ ਬਈ ਵਿਆਹ ਹੋ ਗਏ ਕੁੜੀ ਦੀ ਲਾਈਫ ਜਾਂ ਮੁੰਡੇ ਦੀ ਲਾਈਫ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਹੈ, ਪੜ੍ਹਾਈ ਵੱਲ ਇੰਨਾ ਧਿਆਨ ਨਹੀਂ। ਬਈ ਕਰਨ ਵਾਲੇ ਬਹੁਤ ਕੁਝ ਕਰ ਲੈਂਦੇ ਹੈ ਨਾ, ਆਪਾਂ ਐਵੇਂ ਦੇ ਐਗਜ਼ਾਮਪਲ ਵੀ ਦੇਖਿਆ ਜਿਹੜੇ ਵਿਆਹ ਕਰਕੇ ਬੱਚੇ ਕਰਕੇ ਬਈ UPSC ਦੇ ਐਗਜ਼ਾਮ ਵਰਗੇ ਐਗਜ਼ਾਮ ਵੀ ਕਲੀਅਰ ਕਰਦੇ ਆ। ਠੀਕ ਹੈ, ਚਲੋ ਠੀਕ ਹੈ, ਸਭ ਦੇ ਹਾਲਾਤ ਡਿਫਰੈਂਟ ਹੁੰਦੇ ਆ, ਉਹਨਾਂ ਦੀ ਫੈਮਲੀਜ਼ ਸਪੋਰਟ ਕਰਦੀਆਂ ਸਮਝਦੀਆਂ ਬਈ ਸਾਰੇ ਉਦਾਂ ਦੇ ਫੈਮਲੀਜ਼ ਤੋਂ ਨਹੀਂ ਆਉਂਦੇ ਹੁੰਦੇ। ਠੀਕ ਹੈ, ਤਾਂ ਆਪਾਂ ਇੱਕ ਐਵੇਂ ਦਾ ਪੇਪਰ ਚੂਜ਼ ਕਰਿਆ ਵੀ ਬਈ ਜਿਹੜਾ ਸਾਨੂੰ ਸਾਡੇ ਸਟੇਟ 'ਚ ਨੌਕਰੀ ਦਿਵਾਵੇ ਔਰ ਸਰਕਾਰੀ ਨੌਕਰੀ ਹੋ ਜੇ, ਹੈ ਨਾ, ਕਹਿਣ ਨੂੰ ਸਰਕਾਰੀ ਨੌਕਰੀ ਵੀ ਉਹ ਵੀ ਹੋਗੀ ਬਈ ਸੈਲਰੀ ਵੀ ਵਧੀਆ ਹੋਗੀ, ਸਾਰੇ ਸਰਕਾਰ ਦੇ ਬੈਨੀਫਿਟਸ ਵੀ ਹੋ ਗਏ, ਬੱਚਿਆਂ ਦੇ ਨਾਲ ਜੁੜਨ ਦਾ ਮੌਕਾ ਮਿਲਿਆ, ਪੰਜਾਬ ਦੇ ਸਕੂਲਾਂ ਦੇ ਅੰਦਰ ਇੱਕ ਚੇਂਜ ਕਰਨ ਦਾ ਆਪਣਾ ਇੱਕ ਮਾਰਕ ਬੱਚਿਆਂ ਦੀ ਜ਼ਿੰਦਗੀ। ਬਈ ਦੇਖੋ ਜਦੋਂ ਤੁਸੀਂ ਅਧਿਆਪਕ ਬਣ ਜਾਂਦੇ ਹੋ ਨਾ, ਤੁਸੀਂ ਇਕੱਲੇ ਆਪਣੇ ਲਈ ਨਹੀਂ ਜੀ ਰਹੇ, ਜਾਂ ਤੁਸੀਂ ਇਕੱਲੇ ਆਪਣੀ ਫੈਮਿਲੀ ਲਈ ਜਾਂ ਆਪਣੇ ਬੱਚਿਆਂ ਲਈ ਨਹੀਂ, ਬਈ ਤੁਹਾਡੇ ਨਾਲ ਬਹੁਤ ਬੱਚੇ ਜੁੜ ਜਾਂਦੇ ਆ। ਠੀਕ ਹੈ, ਉਹ ਬੱਚੇ ਦੇਖੋ ਔਰ ਦਿਲੋਂ ਪਿਆਰ ਕਰਦੇ ਆ ਤੁਹਾਨੂੰ। ਤੁਸੀਂ ਦੇਖੋ ਇੱਕ ਅਧਿਆਪਕ ਬਈ ਇੱਕ ਟੀਚਿੰਗ ਹੀ ਇੱਦਾਂ ਦਾ ਪ੍ਰੋਫੈਸ਼ਨ ਹੈ। ਤੁਸੀਂ ਦੇਖ ਲਓ, ਮੰਨ ਲਓ ਤੁਸੀਂ ਕੋਈ ਹੋਰ ਪ੍ਰੋਫੈਸ਼ਨ ਦੇਖ ਲਓ, ਹੈ ਨਾ, ਤੁਸੀਂ ਮੰਨ ਲਓ ਕਿਤੇ ਵੀ ਬਾਹਰ ਖੜੇ ਹੋ, ਹੈ ਨਾ, ਤੁਸੀਂ ਕਿਸੇ ਨੂੰ ਵੀ ਦੇਖ ਲਓ, ਤੁਸੀਂ ਕਦੇ ਮੰਨ ਲਓ ਕੋਈ ਤੁਸੀਂ ਕਿਸੇ ਬੰਦੇ ਨੇ ਤੁਹਾਡਾ ਘਰ ਡਿਜ਼ਾਈਨ ਕਰਿਆ, ਤੁਸੀਂ ਉਹਨੂੰ ਕਹੋਗੇ ਵੀ ਆਹ ਦੇਖੋ ਵੀ ਉਹ ਖੜਾ ਆਰਕੀਟੈਕਟ, ਠੀਕ ਹੈ, ਉਹ ਖੜਾ ਡਾਕਟਰ, ਉਹ ਖੜਾ ਇੰਜੀਨੀਅਰ, ਤੁਸੀਂ ਕਦੇ ਨਹੀਂ ਕਹੋਗੇ ਮਾਈ ਇੰਜੀਨੀਅਰ, ਤੁਸੀਂ ਕਦੇ ਨਹੀਂ ਕਹੋਗੇ ਮਾਈ ਆਰਕੀਟੈਕਟ। ਪਰ ਜਦੋਂ ਇੱਕ ਬੱਚਾ ਅਧਿਆਪਕ ਨੂੰ ਦੇਖਦਾ ਨਾ, ਟੀਚਰ ਨੂੰ ਦੇਖਦਾ, ਉਹ ਕੀ ਕਹਿੰਦਾ ਵੀ ਬਈ ਮੇਰੀ ਟੀਚਰ ਜਾਂ ਮੇਰਾ ਟੀਚਰ ਖੜਾ ਹੈ, ਮੇਰਾ ਇਹ ਇਸ ਲੈਵਲ ਦੀ ਅਥਾਰਟੀ, ਇਸ ਲੈਵਲ ਦਾ ਪਿਆਰ ਹੁੰਦਾ ਹੈ, ਇਸ ਲੈਵਲ ਦੀ ਇੱਜ਼ਤ ਹੁੰਦੀ ਹੈ ਜਿਹੜੀ ਇਸ ਪ੍ਰੋਫੈਸ਼ਨ ਦੇ ਅੰਦਰ ਮਿਲਦੀ ਹੈ ਇਨਸਾਨ ਨੂੰ। ਠੀਕ ਹੈ, ਉਹ ਟੀਚਰ ਕੀ ਹਮੇਸ਼ਾ ਬੱਚਾ ਕਹੂਗਾ ਵੀ ਉਹ ਦੇਖੋ ਬਈ ਮੇਰੀ ਮੈਮ ਖੜੀ ਹੈ, ਮੇਰੇ ਸਰ ਖੜੇ ਹੈ, ਮੇਰੇ। ਤਾਂ ਤੁਸੀਂ ਦੇਖੋ ਵੀ ਬੱਚਾ ਕਿੰਨਾ ਤੁਹਾਨੂੰ ਆਪਣਾਪਨ ਜਿਹੜਾ ਹੈ ਮਹਿਸੂਸ ਕਰਦਾ ਇੱਕ ਅਧਿਆਪਕ ਦੇ ਨਾਲ। ਤਾਂ ਜਿਹੜਾ ਇਹ ਪੇਪਰ ਹੈ ਵੀ ਤੁਹਾਨੂੰ ਇਸ ਲੈਵਲ ਦੀ ਰਿਸਪੈਕਟ ਦਿਲਵਾਏਗਾ ਕੱਲ ਨੂੰ, ਤਾਂ ਇਹਨੂੰ ਸੀਰੀਅਸਲੀ ਲਓ, ਇਹਨੂੰ ਮਜ਼ਾਕ 'ਚ ਨਾ ਲਓ। ਜੇ ਤੁਸੀਂ ਸੁਪਨਾ ਲਿਆ ਹੈ ਤਾਂ ਉਹਨੂੰ ਪੂਰਾ ਕਰੋ। ਤੁਹਾਡਾ ਸੁਪਨਾ ਨਹੀਂ ਹੋਣਾ ਬਈ ਡਾਕਟਰ ਇੰਜੀਨੀਅਰ ਬਣਨ ਦਾ, ਤਾਂ ਹੀ ਤੁਸੀਂ ਇੱਧਰ ਵੱਲ ਨੂੰ ਆਏ ਹੋ ਨਾ।
ਤਾਂ ਜੇ ਆਏ ਹੋ ਤਾਂ ਉਹਦੇ ਲਈ ਮਿਹਨਤ ਕਰੋ, ਠੀਕ ਹੈ। ਔਰ ਮਿਹਨਤ ਕਰਨ ਲਈ ਆਪਾਂ ਨੇ ਹਰ ਇੱਕ ਤਰੀਕੇ, ਹਰ ਇੱਕ ਚੁਣੌਤੀ ਦੇ ਨਾਲ ਜਿਹੜਾ ਹੈ ਬਣੇ ਰਹਿਣਾ, ਜੁੜੇ ਰਹਿਣਾ, ठीक है। चलो चलते हैं भाई अगला क्वेश्चन। क्वेश्चन है फाइंड द एक्सेलरेशन ऑफ ब्लॉक 1 एंड टेंशन इन द स्ट्रिंग शोन इन द डायग्राम इफ द कोएफिशिएंट ऑफ काइनेटिक फ्रिक्शन इज 0.2। हुण इस क्वेश्चन के अंदर जेड़ा सरफेस है वो स्मूथ नहीं है, रफ है। 0.2 काइनेटिक फ्रिक्शन दी हुई है, मासेस दिते हुए हैं m1 m2 दिता हुआ है, g की वैल्यू दी हुई है और थीटा की वैल्यू भी सानू जिहड़ी है क्वेश्चन के अंदर दी हुई है। तो हुण इहनूं आपां सॉल्व करना है बई। सॉल्व करने लई आपां फटाफट पहलां तां फ्री बॉडी डायग्राम बना लैंदे है ना। कुछ भी पूछा होवे सानू मतलब नहीं, पर फ्री बॉडी डायग्राम बनाने आपां। एक मास जिहड़ा है इधर नूं हैंग कर रहा है, ये किहड़ा मास है m2 है, m2 10 kg है, तो 10 जी थल्ले नूं एक्ट कर रहा होएगा, उपर नूं टेंशन एक्ट कर रही होएगी, ठीक है। पहला आपां फ्री बॉडी डायग्राम बना रहे हैं और एक्सेलरेशन v सिस्टम की सानू दिती हुई है। आई थिंक एक्सेलरेशन, हाँ एक्सेलरेशन तो आपां कड्ढनी है। तो ये जिहड़ी है तो दसो बई नैट जिहड़ी मूवमेंट है वो किधर वाल नूं होएगी। नैट मूवमेंट जिहड़ी है वो तुहाडी m2 इधर वाल नूं होएगी क्योंकि m2 जिहड़ा है हैवी है, तो एक्सेलरेशन नैट सिस्टम की इधर नूं होएगी। उस तो बाद इत्थे आ गया तुहाडे कोल m1। हुण m1 दे अंदर की है, एक तो वेट थल्ले नूं एक्ट कर रहा होएगा कितना 5 kg है, तो 5g इधर नूं एक्ट कर रही होएगी नॉर्मल रिएक्शन, ते एंगल तुहानूं एंगल ऑफ इंक्लिनेशन दिता होया है थीटा कितना 30 डिग्री। तो ये एंगल कितना है 30 डिग्री है बई। जे ये एंगल 30 डिग्री है तो मैंने एक गल दसो, ये वाला एंगल भी 30 डिग्री होएगा। उही वाली थ्योरम जिहड़ी मैं तुहानूं आज समझाई सी कि दो लाइन्स दे विच दा जिहड़ा भी एंगल हुंदा उहनां दे परपेंडिकुलर दे विच भी सेम ही एंगल हुंदा। तो ये हो गया 5g cos 30 और इधर वालों आ गया तुहाडा 5g sin 30। मैं mg नहीं लिख रही, समझ रहे होंगे, मैं सीधा वैल्यूज पा रही हूँ, ठीक है। और इधर नूं एक्ट कर रही है कि बई इधर नूं एक्ट कर रही है टेंशन और फ्रिक्शनल फोर्स भी है, उन्होंने नहीं भूलना है ना, पिछले क्वेश्चन च भूल गए सी। तो नेट देखो यदि एक्सेलरेशन इधर वाल नूं जे होएगी तो फ्रिक्शनल फोर्स किधर नूं होएगा, इधर नूं होएगा। तो इधर नूं एक फ्रिक्शनल फोर्स भी एक्ट कर रहा है, ठीक है जी। तो आओ बई हुण इक्वेशनस लिखते हैं। पहला इहदे लई लिख लैंदे आ फॉर, इनू नाम ले लेने बी, इनू नाम दे देने ए फॉर बी। बी दे लिए देखो एम ए बराबर किदे होएगा 10g माइनस टी, ठीक है। एम ए बराबर 10g माइनस बी होएगा क्योंकि एक्सेलरेशन इधर नूं है, तो ए वाला फोर्स वड्डा होएगा ना इहदे नालों, ठीक है। उस तो बाद लिखते हैं इक्वेशन फॉर ए। ए दे लिए हुण इक्वेशन लिखन जा रहे हैं, तो नैट एक्सेलरेशन तुहाडी इधर वाल नूं है, ठीक है। तो जिहड़ी एम ए है हुण इहदे अंदर, अच्छा पहला तो एम दी वैल्यूज भी नाल दी नाल ही रख दिंदे आ। इधर जिहड़ा एम है बी दे लिए देखो एम दी वैल्यू 10 है, 10a। हुण इहदे अंदर देखो एम ए यानी कि 5a बराबर है किदे, 5a बराबर होएगा टेंशन माइनस 5g sin 30 प्लस फ्रिक्शनल फोर्स, ठीक है। समझ आंदी है इन्नी गल। इक्वेशन लिखी है यार, होर तां कुछ नहीं लिखिया। हुण इहदे अंदर देखो जिहड़ा फ्रिक्शनल फोर्स है, सब तो पहला उहदी वैल्यू कैलकुलेट कर लैंदे आ। फ्रिक्शनल फोर्स तुहानूं पता है कितना हुंदा है, म्यू इंटू नॉर्मल रिएक्शन हुंदा है। तो इहदे अंदर नॉर्मल रिएक्शन कितना होएगा, म्यू, इहदे अंदर नॉर्मल रिएक्शन mg नहीं होएगा। क्यों? क्योंकि नॉर्मल रिएक्शन देखो किदे बराबर है, mg cos थीटा दे बराबर है, ठीक है। mg दा इधर वाल नूं रख रही है। नॉर्मल रिएक्शन हमेशा सरफेस दे परपेंडिकुलर हुंदी है, ठीक है। नॉर्मल रिएक्शन हमेशा सरफेस दे परपेंडिकुलर हुंदी है। तो नॉर्मल रिएक्शन बराबर किदे 5g cos 30 दे। तो इधरों आ जाएगा म्यू, म्यू की वैल्यू भी तुहानूं क्वेश्चन च दित्ती हुई है 0.2, इत्थे पा दो 0.2 इंटू mg यानी कि 5g cos 30। तो cos 30 की वैल्यू तुहानूं पता कितनी हुंदी है √3/2, ठीक है। जी की वैल्यू सानूं क्वेश्चन च दित्ती होएगी, जी की वैल्यू कितनी कह रहे 10 कह रहा है। चलो थोड़ा जिहा सौखा करता उन्हें काम साडे लई। 0.2 इंटू 5 इंटू 10 √3/2। तो ये हो गया थल्ले 10 आ गया, 2 नाल 2 गया, 10 नाल 10 गया, तो साडे कोल कितना बचा 5√3 न्यूटन। ये साडे कोल कितना आ गया फ्रिक्शनल फोर्स आ गया 5√3 न्यूटन, ठीक है। हुण इस फ्रिक्शनल फोर्स की वैल्यू नूं चक के इस इक्वेशन च पा दो।
ਤਾਂ 5A 5A ਬਰਾਬਰ ਕਿਹਦੇ ਹੋ ਗਿਆ ਟੈਂਸ਼ਨ ਮਾਈਨਸ फ्रिक्शनल फोर्स की वैल्यू आप कढ़ ही ली सॉरी टेंशन माइनस 5G की जगह 10 पाता इंटू sin 30 हाफ हुंदा है माइनस फ्रिक्शनल फोर्स कितना निकलिया 5√3 ठीक है जी ये निकल के आ गया हुण टेंशन फोर्स दसो कितनी होएगी टेंशन फोर्स तुसी इधरों कैलकुलेट देखो दो इक्वेशन साडे कोल आ गई इधरों टेंशन फोर्स भी कढ सकते हो वैसे दो इक्वेशंस पहला आपां बना लैंदे आ ये हो गया 5A इज इक्वल टू T माइनस इधर देखो ये हो जाएगा 5 इंटू 5 25 माइनस 5√3 ठीक है तो इधरों देखो टेंशन फोर्स या इधर ए लिख लो 5A माइनस T बराबर हो गया किदे 5√3 माइनस 25 माइनस साइन एडजस्ट करता है इधर उधर करता समझ आई गई होगी ये तुहाडी होगी इक्वेशन नंबर 2 इक्वेशन नंबर 1 केड़ी हुई सी इधरों देख लो 10A इनू की लिख सकते हैं 10A प्लस T इज इक्वल टू 10G ये सी इक्वेशन नंबर 1 हुण जे मैं 1 और 2 नू ऐड करदा 1 और 2 नू ऐड करदा तां TT कैंसल हो जाएगा साडे कोल की बचेगा एक्सेलरेशन वाली टर्म बचेगी तां 10A प्लस 5A कितना हो गया 15A आपां की कर रहे हैं हुण एडिंग 1 एंड 2 कर रहे हैं ਤਾਂ 15 टी वाली टर्म कैंसल हो गई क्योंकि उत्थे प्लस टी है इत्थे की है माइनस टी है ठीक है इत्थे लिख लेने इक्वेशन नंबर 1 इक्वेशन 1 की है 10A प्लस टी इज इक्वल टू 10G ठीक है जी यही है ना तो देखो इन्हां नूं जदों ऐड करिया तो ए वाली टर्म तो ऐड होगी टी वाली टर्म कैंसल होगी ठीक है बराबर किदे आ जाएगी 10G की जगह ते 10 पाता प्लस 5√3 माइनस 25 इनू सॉल्व कर लो 15A इज इक्वल टू 100 माइनस 25 कितना हो गया 75 डायरेक्ट ही लिख रही हैं 75 प्लस 5√3 दी तुहानू इत्थे वैल्यू पानी पेगी कितनी 1.732 पानी पेगी उधरों तुहाडे कोल आंसर जिहड़ा है वो निकल के आ जाएगा ठीक है जी तो आंसर साडे कोल कितना निकल के आएगा वो मैं तुहानू दस दिन्नी आ कैलकुलेशन तुसी अपने आप कर लेनी है हाँ जी तो जो तुसी इनू पूरा सॉल्व करोगे तो तुहाडे कोल जिहड़ी एक्सेलरेशन है बई मैं भी विच जे सॉल्व नहीं करिया होया आपां कैलकुलेटर दे नाल ही कर लैंदे है ना फटाफट क्लास ची तो 5√3 75 प्लस 5 इंटू 1.732 कर लैंदे तो 5 इंटू 1.732 ये आ गया ए टर्म नू जदों सॉल्व करोगे तो ये बराबर आ रहा है कि 8.66 दे प्लस कर दो ये अंदर 75 ये आ जाएगा बई इनू जदों सॉल्व करोगे तो आ रहा है 83.66 ठीक है जी डिवाइड बाय 15 करना पेगा क्योंकि ये किदे बराबर है 15 है तो जे एक्सेलरेशन करनी है इनू डिवाइड बाय 15 कर दो तो एक्सेलरेशन आ गई साडे कोल 5.577 ठीक है तो एक्सेलरेशन अराउंड निकल के आ गई कितनी 5.577 मीटर पर सेकंड स्क्वायर एक्सेलरेशन कढ़ ली आपां क्वेश्चन के अंदर एक्सेलरेशन ही पूछी हुई है या कुछ और भी पूछा हुआ है देखो टेंशन तो नहीं पूछ रहा फाइंड द एक्सेलरेशन एंड टेंशन भी कह रहा है भाई टेंशन भी कड्डो एवं थोड़ी जान दूंगा तुहानू ठीक है जब तक टेंशन नहीं कड्डोगे तुहाडी नहीं टेंशन निकलनी है ना चलो टेंशन कैलकुलेट करनी है हुण भाई देखो इस इक्वेशन के अंदर वापस आओ इधरों आप इजीली फाइंड कर सकते हैं ठीक है छोटी इक्वेशन है टेंशन होएगा 10G माइनस 10A 10G माइनस 10A यानी कि 10 टाइम्स G माइनस A कितना निकल के आया साढ़े कोल अराउंड 5.577 इनू सॉल्व कर लो यार 10.5.5 अप्रोक्सीमेटली ये 4.5 आ जाएगा ठीक है 4.5 अप्रोक्सीमेट आंसर दस रही है एग्जैक्ट तुसी कैलकुलेट कर तो थोड़ा जा 45 न्यूटन के कोल जिहड़ा है तुहाडा आंसर इहदे अंदर बनेगा ठीक है जी बिल्कुल सही है 45 न्यूटन के कोल तुहाडा इहदे अंदर आंसर बनेगा एग्जैक्ट तुसी देख सकते हो कितना आएगा ठीक है जी तो यह हो गया साडा क्वेश्चन आई होप तुहानू सारिआं नू समझ आ ही गया होएगा
ਈਜ਼ੀ ਕੁਐਸਚਨ ਸੀਗਾ, ਠੀਕ ਹੈ। ਬਸ ਇਹਦੇ ਅੰਦਰ ਕੀ ਸੀ, ਐਕਸਲਰੇਟਿਡ ਸਿਸਟਮ ਸੀਗਾ, ਇਹਦੇ ਅੰਦਰ ਐਕਸਲਰੇਸ਼ਨ ਹੋ ਰਹੀ ਸੀਗੀ। ਤਾਂ ਨੈਟ ਇਕੁਏਸ਼ਨ ma ਇਜ਼ ਇਕੁਅਲ ਟੂ ਕੀ ਹੁੰਦੀ ਹੈ ਬਈ, ਯਾਦ ਰੱਖਣਾ ਹੈ, ਜਿਹੜਾ ਫੋਰਸ ਵੱਡਾ ਹੁੰਦਾ ਹੈ ਉਸੇ ਵੱਲ ਨੂੰ ਮੋਸ਼ਨ ਹੁੰਦਾ ਹੈ, ਤਾਂ ਵੱਡਾ ਫੋਰਸ ਮਾਈਨਸ ਛੋਟਾ ਫੋਰਸ ਹੋਏਗਾ। ਹੌਰੀਜ਼ੌਂਟਲ ਫੋਰਸਿਸ ਨੂੰ ਹੌਰੀਜ਼ੌਂਟਲ ਫੋਰਸਿਸ ਨਾਲ ਬੈਲੈਂਸ ਕਰਨਾ ਹੈ, ਹੌਰੀਜ਼ੌਂਟਲ ਨੂੰ ਹੌਰੀਜ਼ੌਂਟਲ ਫੋਰਸ ਨਾਲ ਹੀ ਐਡ ਜਾਂ ਸਬਟਰੈਕਟ ਕਰ ਸਕਦੇ ਹੋ, ਵਰਟੀਕਲ ਫੋਰਸਿਸ ਨੂੰ ਵਰਟੀਕਲ ਫੋਰਸਿਸ ਦੇ ਨਾਲ ਹੀ ਇਕੁਏਟ ਕਰ ਸਕਦੇ ਹੋ, ਐਡ ਕਰ ਸਕਦੇ ਹੋ, ਸਬਟਰੈਕਟ ਕਰ ਸਕਦੇ ਹੋ, हॉरिजॉन्टल और वर्टिकल ਨੂੰ नहीं कर सकते कुछ, ठीक है, ठीक है जी। चलो ਤਾਂ ਇਹ ਵਾਲਾ ਕੁਐਸਚਨ ਤੁਹਾਡਾ ਹੁਣ ਕੀ ਰਹੇਗਾ, ਹੋਮਵਰਕ ਕੁਐਸਚਨ ਰਹੇਗਾ। ਇਹਦਾ ਤੁਸੀਂ ਆਪਣੇ ਕੋਲ ਸਕਰੀਨਸ਼ਾਟ ਲੈ ਸਕਦੇ ਹੋ। ਮੈਂ 2 ਮਿੰਟ ਸਾਈਡ ਹੋ ਜਾਨੀ ਆ ਸਕਰੀਨ ਤੋਂ, ਠੀਕ ਹੈ ਜੀ। ਦੋ ਤੁਹਾਡੇ ਕੋਲ ਬੋਡੀਜ਼ ਹੈ, ਥੋੜਾ ਰੀਡ ਕਰਕੇ ਸਮਝਾ ਵੀ ਦਿੰਨੀ ਆ ਤਾਂ ਕਿ ਤੁਸੀਂ ਇਹਨੂੰ ਸੋਲਵ ਕਰ ਸਕੋ, ਔਰ ਇਹਦਾ ਆਨਸਰ ਮੈਨੂੰ ਕਮੈਂਟਸ ਦੇ ਅੰਦਰ ਥੱਲੇ ਚਾਹੀਦਾ, ਠੀਕ ਹੈ। Two bodies A and B of masses 1 kg and 2.5 kg respectively are connected by light string passing over a smooth pulley at a top of smooth inclined plane, ठीक है। ਤਾਂ ਕਿਵੇਂ ਦੀ ਸਿਚੁਏਸ਼ਨ ਕਹਿ ਰਿਹਾ ਬਈ, ਡਾਇਗਰਾਮ ਥੋੜਾ ਜਿਹਾ ਬਣਾ ਕੇ ਦੇ ਦਿੰਨੀ ਆ ਇੱਥੇ ਤੁਹਾਨੂੰ। ਇੱਕ ਸਮੂਥ ਇਨਕਲਾਈਨਡ ਪਲੇਨ ਹੈ, ਸਮੂਥ ਹੈ ਮਤਲਬ ਕਿ ਕੋਈ ਫ੍ਰਿਕਸ਼ਨ ਨਹੀਂ ਹੈ। ਇਹਦੇ ਉੱਪਰ ਇੱਕ ਪੁਲੀ ਹੈ, ਉਹਦੇ ਕੋਲ ਇੱਕ ਮਾਸ ਐਵੇਂ ਲਟਕ ਰਿਹਾ ਹੈ, ਦੂਸਰਾ ਮਾਸ ਐਵੇਂ ਸਲਾਈਡ ਕਰ ਰਿਹਾ ਹੈ, ਠੀਕ ਹੈ। ਤਾਂ 1 kg passing over a smooth, the system remains at rest when A lies on the inclined plane। ਕਿਹੜਾ ਮਾਸ inclined plane ਦੇ ਉੱਪਰ ਹੈ, A, ਜਿਹੜਾ ਕਿ 1 kg ਵਾਲਾ। ਤਾਂ ਇਹ 1 kg ਵਾਲਾ ਮਾਸ ਹੈ, ਔਰ ਇਹ ਵਾਲਾ ਕਿਹੜੇ ਵਾਲਾ ਹੋ ਗਿਆ, 0.25 ਵਾਲਾ ਹੋ ਗਿਆ। ਸਿਸਟਮ ਜਿਹੜਾ ਹੈ ਰੈਸਟ ਤੇ ਹੈ ਜਦੋਂ A inclined plane ਦੇ ਉੱਪਰ ਹੈ and B hangs vertically downwards। ਕੈਲਕੂਲੇਟ the angle of inclination, ਥੀਟਾ ਕੈਲਕੂਲੇਟ ਕਰਨਾ ਹੈ ਇਹਦੇ ਅੰਦਰ, and the force exerted by the inclined plane on body A। ਕੀ ਪੁੱਛ ਰਿਹਾ ਬਈ, ਸਭ ਤੋਂ ਪਹਿਲਾਂ ਇਹ ਸਮਝੋ। ਔਰ ਇਹਦੇ ਅੰਦਰ ਸਭ ਤੋਂ ਜ਼ਰੂਰੀ ਕੀ ਹੈ, ਜਿਹੜਾ ਸਿਸਟਮ ਹੈ ਉਹ ਕਾਦੇ ਤੇ ਹੈ, ਰੈਸਟ ਤੇ ਹੈ, ਮਤਲਬ ਕਿ A is equal to 0 ਹੈ ਇਹਦੇ ਅੰਦਰ ਵੀ। ਤਾਂ ਹੌਰੀਜ਼ੌਂਟਲ ਫੋਰਸਿਸ ਨੂੰ ਹੌਰੀਜ਼ੌਂਟਲ ਨਾਲ ਬੈਲੈਂਸ ਕਰ ਦੇਣਾ, ਵਰਟੀਕਲ ਨੂੰ ਵਰਟੀਕਲ ਨਾਲ ਕਰ ਦੇਣਾ। ਦੇਖੋ ਇਹਦੇ ਅੰਦਰ ਜਿਹੜੇ ਹੈ ਕਿਹੜੇ ਕਿਹੜੇ ਫੋਰਸ ਲੱਗ ਰਹੇ ਹੈ, ਇਹਦੇ ਅੰਦਰ ਸਿਸਟਮ ਰੈਸਟ ਤੇ ਹੈ, ਤਾਂ ਪਿੱਛੇ ਵੱਲ ਨੂੰ ਲੱਗ ਰਹੀ ਹੈ ਟੈਂਸ਼ਨ, ਇੱਧਰ ਨੂੰ ਲੱਗੇਗੀ mg, ठीक है। ਇਹਨੂੰ ਤੁਸੀਂ ਫਿਰ ਕੰਪੋਨੈਂਟਸ ਚ ਬ੍ਰੇਕ ਕਰ ਸਕਦੇ ਹੋ। ਇਹ ਥੀਟਾ ਹੈ ਤਾਂ ਇਹ ਹੋ ਜਾਏਗਾ mg cos ਥੀਟਾ, ਠੀਕ ਹੈ ਜੀ। ਇਹ ਹੋ ਜਾਏਗਾ mg sin ਥੀਟਾ, ਇਹ ਤਾਂ ਇਹ ਹੋ ਗਿਆ। ਔਰ ਉੱਪਰ ਨੂੰ ਲੱਗੇਗਾ ਨਾਰਮਲ ਰਿਐਕਸ਼ਨ ਜੋ ਕਿ ਬਰਾਬਰ ਹੋਏਗਾ ਕਿਤੇ mg cos ਥੀਟਾ ਦੇ। ਇਧਰੋਂ ਇਹ ਵਾਲਾ ਫੋਰਸ ਦੇਖੋ ਤਾਂ m2g, ਇਹਨੂੰ ਆਪਾਂ m ਮੰਨ ਲਿਆ, ਇਹਨੂੰ m ਡੈਸ਼ ਮੰਨ ਲੈਂਦੇ ਆ, m ਡੈਸ਼ g ਔਰ ਟੈਂਸ਼ਨ ਉੱਪਰ ਵੱਲ ਨੂੰ। ਤਾਂ ਟੈਂਸ਼ਨ ਬਰਾਬਰ ਕਿਤੇ ਹੋਗੀ, m ਡੈਸ਼ g ਦੇ ਬਰਾਬਰ ਹੋਗੀ ਟੈਂਸ਼ਨ। ਤਾਂ ਟੈਂਸ਼ਨ ਸਭ ਤੋਂ ਪਹਿਲਾਂ ਕੈਲਕੂਲੇਟ ਕਰ ਸਕਦੇ ਹੋ ਬਹੁਤ ਈਜ਼ੀਲੀ। m ਡੈਸ਼ ਵੀ ਪਤਾ ਹੈ ਕਿੰਨਾ ਹੈ, 0.25 ਹੈ, ਔਰ g ਦੀ ਵੈਲਿਊ ਵੀ ਹੈ ਜਿਹੜੀ ਤੁਹਾਨੂੰ 10 ਲੈ ਸਕਦੇ ਹੋ, ਠੀਕ ਹੈ। ਕੁਐਸਚਨ 'ਚ ਨਹੀਂ ਦਿੱਤੀ ਹੋਈ ਤਾਂ ਤੁਸੀਂ g ਦੀ ਵੈਲਿਊ 10 ਲੈ ਕੇ ਆਪਣੀ ਕੈਲਕੂਲੇਸ਼ਨ ਕਰ ਸਕਦੇ ਹੋ, ਠੀਕ ਹੈ। ਤਾਂ 10 ਲੈ ਲਓ, ਤੁਹਾਡੇ ਕੋਲ ਟੈਂਸ਼ਨ ਆ ਜਾਏਗੀ। ਹੁਣ ਜਿਹੜੀ ਟੈਂਸ਼ਨ ਹੈ ਬਈ ਦੇਖੋ, ਜਿਹੜੀ ਟੈਂਸ਼ਨ ਹੈ ਉਹ ਬਰਾਬਰ ਕਿਹਦੇ ਹੈ, mg sin ਥੀਟਾ ਦੇ ਬਰਾਬਰ ਹੈ। ਤਾਂ ਇਧਰੋਂ ਥੀਟਾ ਦੀ ਵੈਲਿਊ ਕੱਢ ਲਓ, ਸਿੰਪਲ ਜੀ ਹੈ, ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਹੈ ਇਹਦੇ ਅੰਦਰ, ਠੀਕ ਹੈ। ਇਹ t ਜਿਹੜੀ ਹੈ ਆਪਾਂ ਇਧਰੋਂ ਕੱਢ ਲਈ, t ਦੀ ਵੈਲਿਊ ਇਧਰੋਂ ਕੱਢ ਲਈ, ਠੀਕ ਹੈ। ਉਸ ਤੋਂ ਬਾਅਦ ਇਹ t ਦੀ ਵੈਲਿਊ ਕਿਹਦੇ ਬਰਾਬਰ ਹੈ, mg sin ਥੀਟਾ ਦੇ ਬਰਾਬਰ ਹੈ। ਤਾਂ ਇੱਥੇ ਵੈਲਿਊ ਪਾ ਦਿਓ, m ਦੀ ਵੈਲਿਊ ਵੀ ਪਤਾ ਹੈ ਸਾਨੂੰ ਕਿੰਨੀ 1 kg ਹੈ, g ਦੀ ਵੈਲਿਊ 10 ਲੈਣੀ ਹੈ, sin ਥੀਟਾ ਆਪਣਾ ਕੈਲਕੂਲੇਟ ਹੋ ਜਾਏਗਾ ਕਿਉਂਕਿ t ਸਾਨੂੰ ਪਤਾ ਹੀ ਲੱਗ ਗਿਆ, ਠੀਕ ਹੈ। ਤਾਂ ਬਈ ਇਹ ਕੁਐਸਚਨ ਹੁਣ ਹੋਮਵਰਕ ਕੁਐਸਚਨ ਦਾ ਵੈਸੇ ਬਚਿਆ ਨਹੀਂ ਹੈ, ਆਲਮੋਸਟ ਸਾਰਾ ਹੀ ਮੈਂ ਤੁਹਾਨੂੰ ਦੱਸਤਾ ਵੀ ਕਿਵੇਂ ਸੋਲਵ ਹੋਏਗਾ। ਹੁਣ ਤੁਹਾਡੀ ਮੋਰਲ ਡਿਊਟੀ ਬਣਦੀ ਹੈ ਕਿ ਬਈ ਇਹਦਾ ਕਮੈਂਟ ਦੇ ਅੰਦਰ ਤੁਸੀਂ ਆਨਸਰ ਦਿਓ, ਠੀਕ ਹੈ। ਆਨਸਰ ਦਿਓ ਕਮੈਂਟ ਦੇ ਅੰਦਰ, ਬਹੁਤ ਜ਼ਿਆਦਾ ਜ਼ਰੂਰੀ ਹੈ ਬਈ ਆਨਸਰ ਕਰਨਾ, ਕਿਉਂਕਿ ਐਗਜ਼ਾਮ ਜਿਹੜਾ ਹੈ ਤੁਹਾਡਾ ਕੁਐਸਚਨਸ ਦੇ ਨਾਲ ਹੀ ਜਿਹੜਾ ਹੈ ਉਹ ਨਿਕਲਣਾ ਹੈ। ਇਹਦੇ ਤੋਂ ਬਾਅਦ ਕੁਝ ਕੁਐਸਚਨ ਸਾਡੇ ਬਚਦੇ ਹਨ ਜਿਨ੍ਹਾਂ ਨੂੰ ਕਿ ਆਉਣ ਵਾਲੀ ਕਲਾਸਿਸ ਦੇ ਅੰਦਰ ਡਿਸਕਸ ਕਰਾਂਗੇ। ਇੰਪੋਰਟੈਂਟ ਕੁਐਸਚਨਸ ਹੈ, जुड़े हुए हैं ड्रैग फोर्स रेजिस्टिव मीडियम। ਤਾਂ ਕੁਝ ਨਵੀਆਂ ਚੀਜ਼ਾਂ ਆਣਗੀਆਂ ਅੱਗੇ ਕਲਾਸ ਦੇ ਅੰਦਰ। ਇਹ ਵਾਲੀਆਂ ਚੀਜ਼ਾਂ ਦਾ ਤੁਸੀਂ ਸਾਰੀਆਂ ਜਿਹੜੀਆਂ ਆ ਆਪਣੀਆਂ ਆਲਰੇਡੀ ਕਰੀਆਂ ਹੋਈਆਂ 11 12 ਦੇ ਅੰਦਰ, ਠੀਕ ਹੈ ਜੀ। ਔਰ ਨਾਲ ਹੀ ਤੁਹਾਨੂੰ ਰਿਮਾਈਂਡਰ ਦੇਣਾ ਚਾਹੁੰਦੀ ਹਾਂ, ਸਾਡਾ ਪੇਡ ਬੈਚ ਜਿਹੜਾ ਹੈ ਉਹ ਚੱਲ ਰਿਹਾ ਹੈ, ਉਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਸਾਡੇ ਇੰਸਟੀਚਿਊਟ ਦੇ ਅੰਦਰ ਕਾਲ ਕਰਕੇ। ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਹੈ ਫਾਇਦੇਮੰਦ ਕੋਰਸ ਜਿਹੜਾ ਹੈ ਰਹੇਗਾ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਪਲੀਜ਼ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਇਹਦੇ ਤੇ ਕਮੈਂਟ ਕਰੋ, ਔਰ ਇਦਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਿਹੜਾ ਕੁਐਸਚਨ ਹੋਮਵਰਕ 'ਚ ਦਿੱਤਾ ਹੈ ਉਹਦਾ ਕਮੈਂਟ ਦੇ ਅੰਦਰ ਜ਼ਰੂਰ ਆਨਸਰ ਦਿਓ, ਔਰ ਨਾਲ ਦੀ ਨਾਲ ਬਈ ਕਮੈਂਟਸ ਦੇ ਅੰਦਰ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ। ਕੋਈ ਸਪੈਸ਼ਲ ਟੌਪਿਕ ਹੈ ਜਿਹਦੇ ਤੇ ਤੁਸੀਂ ਚਾਹੁੰਦੇ ਹੋ ਮੈਂ ਵੀਡੀਓ ਬਣਾਵਾਂ, ਉਹ ਵੀ ਤੁਸੀਂ ਜਿਹੜਾ ਹੈ ਆਪਣੀ ਡਿਮਾਂਡ ਕਰ ਸਕਦੇ ਹੋ ਕਮੈਂਟਸ ਦੇ ਅੰਦਰ। ਵੀਡੀਓ ਤੇ ਯਾਰ ਪਿਆਰ ਦਿਆ ਕਰੋ, ਲਾਈਕ ਦਿਆ ਕਰੋ, ਠੀਕ ਹੈ। ਪਸੰਦ ਆ ਰਹੀ ਹੋਵੇ ਤਾਂ ਠੀਕ ਹੈ, ਜ਼ਬਰਦਸਤੀ ਨਹੀਂ ਕਹਿ ਰਹੇ, ਪਰ ਠੀਕ ਹੈ ਮਿਹਨਤ ਅਸੀਂ ਕਰ ਰਹੇ ਹਾਂ, ਤੁਸੀਂ ਦੇਖ ਵੀ ਰਹੇ ਹੋ ਕਿ ਮਿਹਨਤ ਹੋ ਰਹੀ ਹੈ, ਠੀਕ ਹੈ। ਤਾਂ ਇਸ ਕਰਕੇ ਜਿਹੜਾ ਹੈ ਵੀ ਇੱਕ ਮੋਰਲ ਡਿਊਟੀ ਬਣਦੀ ਹੈ ਵੀ ਜੇ ਸਾਹਮਣੇ ਵਾਲਾ ਸਾਡਾ ਫਾਇਦਾ ਕਰਾ ਰਿਹਾ ਹੈ, ਠੀਕ ਹੈ, ਤਾਂ ਉਹਨੂੰ ਇੱਕ ਲਾਈਕ ਔਰ ਕਮੈਂਟ ਤਾਂ ਮਿਲ ਹੀ ਸਕਦਾ ਹੈ ਨਾ। ਆਈ ਡੋਂਟ ਥਿੰਕ ਉਹ ਕੋਈ ਬਹੁਤ ਵੱਡੀ ਗੱਲ ਹੈ।
ਤਾਂ ਲਾਈਕ ਕਮੈਂਟਸ ਜ਼ਰੂਰ ਕਰਿਆ ਕਰੋ, ਸ਼ੇਅਰ ਕਰਿਆ ਕਰੋ ਯਾਰ, ਤਾਂ ਕਿ ਹੋਰ ਵੀ ਜਿਹੜੇ ਤੁਹਾਡੇ ਸਾਥੀ ਤਿਆਰੀ ਕਰ ਰਹੇ ਮਾਸਟਰ ਕਾਡਰ ਦੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਬਿਲਕੁਲ ਫ੍ਰੀ 'ਚ ਜਿਹੜਾ ਹੈ ਤੁਹਾਨੂੰ ਕੁਐਸਚਨ ਸੋਲਵਿੰਗ ਦੀ ਪ੍ਰੈਕਟਿਸ ਕਰਾਈ ਜਾ ਰਹੀ ਹੈ। ਔਰ ਨਾਲ ਜਿਹੜਾ ਹੈ ਸਾਡੇ ਚੈਨਲ ਨੂੰ ਇੱਦਾਂ ਦੀਆਂ ਹੋਰ ਅਪਡੇਟਸ ਦੇ ਲਈ ਪਲੀਜ਼ ਤੁਸੀਂ ਸਬਸਕ੍ਰਾਈਬ ਕਰੋ। ਕੱਲ ਮਿਲਾਂਗੇ ਨਵੀਂ ਵੀਡੀਓ ਦੇ ਨਾਲ, ਨਿਊਟਨ ਦੇ ਲਾਜ਼ ਆਫ ਮੋਸ਼ਨ ਹੀ ਡਿਸਕਸ ਕਰਾਂਗੇ, ਪਰ ਹੁਣ ਅਗਲੀ ਕਲਾਸ ਦੇ ਅੰਦਰ ਡਰੈਗ ਫੋਰਸ, ਟਰਮੀਨਲ ਵੈਲੋਸਿਟੀ, ਇਹਨਾਂ ਕਨਸੈਪਟਸ ਦੀ ਗੱਲ ਕਰਾਂਗੇ, ਥੋੜੇ ਜਿਹੇ ਹਾਈ ਲੈਵਲ ਹਾਈ ਆਰਡਰ ਕਨਸੈਪਟਸ ਦੀ ਗੱਲ ਕਰਾਂਗੇ। ਧੰਨਵਾਦ ਜੀ ਸਾਰਿਆਂ ਦਾ, ਮਿਲਦੇ ਹਾਂ ਨੈਕਸਟ ਵੀਡੀਓ ਦੇ ਅੰਦਰ। ਥੈਂਕ ਯੂ।